ਕਦੋਂ ਪਲਾਟ ਖਰੀਦੇ ਸੀ? ਮੈਂ 2011 ਚ 2011 ਉਦੋਂ ਕੀ ਇਹ ਪੁੱਡਾ ਅਪਰੂਵਡ ਕਲੋਨੀ ਸੀ? ਕਹਿ ਕੇ ਪੁੱਡਾ ਅਪਰੂਵਡ ਦਿੱਤਾ ਯਾਰ। ਅੱਛਾ, ਤੇ ਤੁਸੀਂ ਕਿੱਦਾਂ ਮਤਲਬ ਖਰੀਦਿਆ? ਤੁਹਾਨੂੰ ਉਸ ਟਾਈਮ ਤੁਸੀਂ ਚੈੱਕ ਨਹੀਂ ਕੀਤਾ ਖਰੀਦਣ ਤੋਂ ਪਹਿਲਾਂ? ਨਹੀਂ, ਚੈੱਕ ਤਾਂ ਕੀਤਾ ਸੀ। ਅਸੀਂ 10 ਸਾਲ ਬਾਅਦ ਵੀ ਦੇਖੋ ਇਹ ਪੜੋਸੀ ਨੇ ਇੱਧਰ ਹੁਣੇ ਸਾਨੂੰ ਦੇਖ ਕੇ ਆਏ ਨੇ। ਇਹਨਾਂ ਨੂੰ ਪੁੱਛੋ ਕਿ ਕਿਆ ਇਹਨਾਂ ਨੇ ਇਹ ਸੋਚ ਕੇ ਪਲਾਟ ਲਿਆ ਸੀ ਤੇ ਇੰਨੇ ਪੈਸੇ ਕੋਠੀ ਤੇ ਲਾਏ ਸੀ ਕਿ ਇਹ ਇੱਧਰ ਡੇਂਗੂ ਤੇ ਮਲੇਰੀਆ ਫੈਲੇਗਾ। ਤੁਸੀਂ ਹਾਲਤ ਦੇਖੋ, ਕੋਈ ਮੇਨਟੇਨੈਂਸ ਨਹੀਂ, ਸਾਰਾ ਜੰਗਲ ਹੈ। ਅੰਦਰ ਪਾਰਕ ਦੇ ਅੰਦਰ ਵੀ ਜੰਗਲ ਹੈ, ਕੁਝ ਵੀ ਨਹੀਂ ਹੈ ਸਰ ਇੱਧਰ ਫੈਸਿਲਿਟੀ। ਮੇਲ ਕੀਤੀ ਹੈ, ਮੇਰੇ ਕੋਲ ਸਿੱਧਾ ਪੰਜਾ ਆਈ ਹੈ। ਇੱਥੇ ਤੁਸੀਂ ਕਿਹਦੇ ਨਾਲ ਮਿਲਦੇ ਸੀਗੇ? ਮਾਲਕ ਕੁਲਵੰਤ ਸਿੰਘ ਜੀ ਨਾਲ ਮਿਲਦੇ ਜਾਂ ਇੱਥੇ ਕੁਲਵੰਤ ਸਿੰਘ ਦਾ ਚੰਡੀਗੜ੍ਹ ਬੈਠੇ ਹੋ ਤਾਂ ਮਾਲੀ ਬੈਠੇ ਹੋ ਤਾਂ ਓਕੇ, ਉਹਨਾਂ ਨਾਲ ਕੌਣ ਗੱਲ ਕਰੇਗਾ? ਕੰਪਨੀ ਨੂੰ ਪਤਾ ਨਾ ਕੀ ਕਰਨਾ ਹੈਗਾ, ਰਸੀਦ ਤਾਂ ਦਿੰਦੇ ਨਹੀਂ ਉਹਦੀ। ਅੱਛਾ, ਜੇ ਹੁਣ 6 ਲੱਖ ਰੁਪਏ ਇੱਕ ਪਲਾਟ ਦਾ ਹੋਰ ਦੇ ਦਿੰਦੇ ਆਪਾਂ ਇਹਨਾਂ ਨੂੰ ਤੇ ਉਹ ਬੰਦਾ ਭੱਜ ਗਿਆ ਅੱਗੇ ਲੈ ਕੇ, ਰਸੀਦ ਤਾਂ ਹੁਣ ਦੇਣੀ ਨਹੀਂ ਇਹਨਾਂ ਕੋਈ। ਬਿਲਕੁਲ ਠੀਕ ਹੈ। ਫਿਰ ਦੁਬਾਰਾ ਫੇਰ 6 ਲੱਖ ਦਿਓ ਇਹਨੂੰ। जनहितैषी टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡੇ ਨਾਲ ਰੂਬਰੂ ਹੋ ਰਿਹਾ ਤੇ ਇਸ ਟਾਈਮ ਦਿਖਾ ਰਹੇ ਹਾਂ ਤੁਹਾਨੂੰ ਲੁਧਿਆਣਾ ਦੀ ਗਲਾਡਾ ਅਪਰੂਵਡ ਕਲੋਨੀ। ਜੀ ਹਾਂ, ਅਕਸਰ ਗਲਾਡਾ ਪੁੱਡਾ ਅਪਰੂਵਡ ਕਲੋਨੀਆਂ ਦੇ ਨਾਮ ਤੇ ਧੜਾ ਧੜ ਜਿਹੜੇ ਕੋਲੋਨਾਈਜ਼ਰ ਹੈਗੇ ਉਹ ਮਾਲ ਵੇਚਦੇ ਹੈ ਔਰ ਕਿਹਾ ਜਾਂਦਾ ਉਸ ਵੇਲੇ ਕਿ ਡਿਵੈਲਪਮੈਂਟ ਹੋ ਰਹੀ ਹੈ, ਪਰ ਬਾਅਦ 'ਚੋਂ ਜਿੱਦਾਂ ਹੀ ਉਹਨਾਂ ਦੇ ਕਹਿ ਲਓ ਪਲਾਟ ਵਿਕ ਜਾਂਦੇ ਹੈ ਜਾਂ ਉਹਨਾਂ ਦਾ ਮੈਕਸਿਮਮ ਮਾਲ ਵੇਚ ਜਾਂਦਾ ਹੈ ਤੇ ਉਸ ਤੋਂ ਬਾਅਦ ਡਿਵੈਲਪਮੈਂਟ ਰੁਕ ਜਾਂਦੀ ਹੈ ਔਰ ਲੋਕਾਂ ਨਾਲ ਠੱਗੀ ਹੋ ਜਾਂਦੀ ਹੈ ਗਲਾਡਾ ਅਪਰੂਵਡ ਕਲੋਨੀਆਂ ਦੇ ਨਾਮ ਤੇ। ਸੋ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਹੋਰ ਮਾਮਲਾ ਅੱਜ ਸਾਹਮਣੇ ਆਇਆ। ਅਸੀਂ ਖੜੇ ਹਾਂ ਲੁਧਿਆਣਾ ਦੇ ਸਿੱਧਵਾਂ ਕਨਾਲ ਰੋਡ ਤੇ, ਜਿਹੜਾ ਕਨਾਲ ਵਿਊ ਇੱਕ ਟਾਊਨਸ਼ਿਪ ਹੈ ਔਰ ਕਿਹਾ ਜਾ ਰਿਹਾ ਕਿ ਇਹ ਟਾਊਨਸ਼ਿਪ ਚੰਡੀਗੜ੍ਹ ਦੇ ਜਿਹੜੇ ਜਨਤਾ ਲੈਂਡ ਐਂਡ ਪ੍ਰਮੋਟਰਸ ਬਿਲਡਰ ਜਿਹੜੇ ਹੈਗੇ ਹੈ ਉਹਨਾਂ ਦੀ ਹੈਗੀ ਹੈ JLPL, ਉਹਨਾਂ ਨੇ ਨਿਕਨੇਮ ਉਹਦਾ ਬਣਾਇਆ ਹੋਇਆ। ਸੋ ਆਰੋਪ ਲੱਗ ਰਿਹਾ ਕਿ ਇਹ ਕਲੋਨੀ ਜਿਹੜੀ ਕਿ ਪੁੱਡਾ ਅਪਰੂਵਡ ਜਾਂ ਗਲਾਡਾ ਅਪਰੂਵਡ ਹੈਗੀ ਹੈ। ਸੋ ਇਹ ਸਾਰੀ ਕਲੋਨੀ ਦੇ ਵਿੱਚ ਪਲਾਟ ਵੇਚੇ ਗਏ ਸੀ 8 ਤੋਂ 10 ਸਾਲ ਪਹਿਲਾਂ, ਪਰ ਅੱਜ ਤੱਕ ਇੱਥੇ ਸੜਕਾਂ ਨਹੀਂ ਵਿਛੀਆਂ, ਮੂਲਭੂਤ ਸੁਵਿਧਾਵਾਂ ਨਹੀਂ ਮਿਲ ਪਾਈਆਂ ਔਰ ਆ ਜਿਹੜੇ ਸਾਹਮਣੇ ਸਾਈਟ ਤੁਹਾਨੂੰ ਦਿਖਾ ਰਹੇ ਹੈ, ਕਿਹਾ ਜਾ ਰਿਹਾ ਕਿ ਇੱਥੇ ਪਲਾਟ ਵੇਚੇ ਗਏ ਆ ਪਰ ਇੱਕ ਪਲਾਟ ਘੱਟ ਇੱਥੇ ਖਾਈ ਆ, ਟੋਬਾ ਟਾਈਪ ਲੱਗ ਰਿਹਾ। ਜੇ ਬਰਸਾਤ ਆ ਜਾਏ ਤਾਂ ਇੱਥੇ ਇੰਨਾ ਕੁ ਪਾਣੀ ਇਕੱਠਾ ਹੋ ਜਾਂਦਾ, ਲੋਕ ਕਹਿ ਰਹੇ ਕਿ ਉਹਦੇ ਵਿੱਚ ਮੱਛਲੀਆਂ ਵੀ ਆ ਜਾਂਦੀਆਂ ਹੈਗੀਆਂ। ਸੋ ਇਹੋ ਜਿਹਾ ਹੁਣ ਜਿਹੜਾ ਇਸ ਸਾਰੇ ਮਾਮਲੇ ਦੇ ਵਿੱਚ ਸਾਨੂੰ ਇੱਥੇ ਅੱਜ ਇਸ ਇਲਾਕੇ ਦੇ ਪਲਾਟ ਹੋਲਡਰਾਂ ਨੇ ਜਾਂ ਰਿਹਾਇਸ਼ੀ ਲੋਕਾਂ ਨੇ ਬੁਲਾਇਆ ਹੈਗਾ। ਸੋ ਜਾਣਦੇ ਹਾਂ ਕੀ ਹੈ ਮਾਮਲਾ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਤੁਹਾਡਾ ਸ਼ੁਭ ਨਾਮ ਜੀ? ਦਵਿੰਦਰ ਸਿੰਘ ਹੈ ਜੀ। ਹਾਂਜੀ ਦਵਿੰਦਰ ਜੀ, ਤੁਸੀਂ ਸਾਨੂੰ ਇੱਥੇ ਬੁਲਾਇਆ ਅੱਜ, ਕੀ ਮਾਮਲਾ ਕੀ ਹੈ? ਮੇਰੇ 3 ਪਲਾਟ ਆ ਜੀ ਇੱਥੇ, ਜੀ, ਜਿਹੜੇ ਅਨਨੈਸੈਸਰੀ ਚਾਰਜਿੰਗ ਮੰਗ ਰਹੇ ਆ ਜੀ, ਉਹਦੀ ਕੋਈ ਲਿਖਤ ਪੜ੍ਹਨ ਨਹੀਂ ਦੇ ਰਹੇ ਜੀ, ਉਹਦਾ ਕੁਝ ਰਸੀਦ ਨਹੀਂ ਦੇ ਰਹੇ ਜੀ, ਕਿ ਉੱਦਾਂ ਹੀ ਕੈਲਕੂਲੇਟਰ ਕਰਕੇ ਦਿਖਾਉਂਦੇ ਇਸ ਤਰ੍ਹਾਂ ਕਰਕੇ 6 ਲੱਖ ਦੇ ਦਿਓ ਜੀ, 7 ਲੱਖ ਦੇ ਦਿਓ ਜੀ। ਅੱਛਾ ਜੀ, ਮਿਸਬਿਹੇਵ ਕਰਦੇ ਆਪਣੇ ਬੁਲਾ ਕੇ ਦਫ਼ਤਰ ਦੇ ਵਿੱਚ। ਅੱਛਾ ਜੀ। ਬਸ ਉਹਦਾ ਕੋਈ ਸਾਨੂੰ ਪਾਣੀ ਦਾ ਚਾਹ। ਤੁਸੀਂ ਕਦੋਂ ਪਲਾਟ ਖਰੀਦੇ ਸੀ? ਮੈਂ 2011 ਚ 2011 ਚ। ਉਦੋਂ ਕੀ ਇਹ ਪੁੱਡਾ ਅਪਰੂਵਡ ਕਲੋਨੀ ਸੀਗੀ? ਕਹਿ ਕੇ ਪੁੱਡਾ ਅਪਰੂਵਡ ਦਿੱਤਾ ਯਾਰ। ਅੱਛਾ, ਤੇ ਤੁਸੀਂ ਕਿੱਦਾਂ ਮਤਲਬ ਖਰੀਦਿਆ? ਤੁਹਾਨੂੰ ਉਸ ਟਾਈਮ ਤੁਸੀਂ ਚੈੱਕ ਨਹੀਂ ਕੀਤਾ ਖਰੀਦਣ ਤੋਂ ਪਹਿਲਾਂ? ਨਹੀਂ, ਚੈੱਕ ਤਾਂ ਕੀਤਾ ਸੀਗਾ ਜੀ। ਅੱਛਾ ਜੀ, ਪਰ ਬਾਅਦ ਚ ਵਿੱਚ ਲਿਖਿਆ ਕੁਝ ਨਹੀਂ, ਉਹਦੇ ਰਜਿਸਟਰੀ ਵਿੱਚ ਕੁਝ ਨਹੀਂ ਲਿਖਿਆ। ਉਦੋਂ ਜਦੋਂ ਤੁਸੀਂ ਖਰੀਦੀ ਸੀ ਉਦੋਂ ਇੱਥੇ ਡਿਵੈਲਪਮੈਂਟ ਚੱਲ ਰਹੀ ਸੀ? ਚੱਲ ਰਹੀ ਸੀ ਥੋੜੀ ਬਹੁਤੀ। ਅੱਛਾ, ਸੋ ਤੁਸੀਂ ਇੱਕ ਅੱਛੇ ਗੁੱਡਵਿਲ ਤੇ ਜਾਂ ਕਿੱਦਾਂ ਖਰੀਦ ਲਿਆ? ਮੈਂ ਤਾਂ ਦੇਖਿਆ ਵੀ ਚਲੋ ਵਧੀਆ ਪੁੱਡਾ ਅਪਰੂਵਡ ਕਰਨੀ ਆ ਤਾਂ ਇੱਥੇ ਪਲਾਟ ਲਏ ਸੀਗੇ। ਅੱਛਾ ਜੀ। ਪਰ ਅੱਜ ਬਹੁਤ ਕੰਮ ਖਰਾਬ ਹੈ, ਵੀ ਮਨ ਦੁਖੀ ਹੈਗਾ। ਅੱਛਾ ਜੀ, ਵੀ ਇਹਨੂੰ ਵੇਚ ਕੇ ਇੱਥੋਂ ਨਿਕਲ ਜਾਈਏ ਢੰਗ ਨਾਲ। ਅੱਛਾ, ਬਸ। ਤੇ ਫਿਰ ਹੁਣ ਕੀ ਪ੍ਰੋਬਲਮ ਕੀ ਆ ਰਹੀ ਹੈ ਜੇ ਵੇਚਣ ਨਹੀਂ ਲੱਗੇ? ਵੇਚਣ ਦਾ ਸਾਨੂੰ NOC ਨਹੀਂ ਦੇ ਰਹੇ, ਪਾਣੀ ਕਨੈਕਸ਼ਨ ਨਹੀਂ ਦੇ ਰਹੇ, ਕੁਝ ਨਹੀਂ ਦੇ ਰਹੇ। ਅੱਛਾ, ਪੈਸੇ ਮੰਗਦੇ ਆ ਬੇਹਿਸਾਬੇ, ਕੋਈ ਉਹ ਦੱਸ ਨਹੀਂ ਰਹੇ ਵੀ ਕਿਸ ਹਿਸਾਬ ਨਾਲ ਚਾਰਜਿੰਗ ਲੈ ਰਹੇ ਅਸੀਂ। ਅੱਛਾ, 8 ਲੱਖ ਦੇ ਦਿਓ, 10 ਲੱਖ ਇੱਕ ਪਲਾਟ ਦੇ ਦਿਓ, ਇਦਾਂ ਮੰਗ ਰਹੇ ਹੋ। ਨਾਨ ਕੰਸਟਰਕਸ਼ਨ ਚਾਰਜ ਮੰਗ ਰਹੇ ਹੋ। ਓਕੇ, ਪਰ ਤੁਸੀਂ ਜੇ ਨਾਨ ਕੰਸਟਰਕਸ਼ਨ ਦੀ ਕੋਈ ਰੂਲ ਹੋਏਗਾ ਤਾਂ ਹੀ ਮੰਗ ਰਹੇ ਆ ਨਾ? ਪਤਾ ਨਹੀਂ, ਸਾਨੂੰ ਦੱਸਦੇ ਨਹੀਂ ਕੁਝ ਵੀ ਉਹ। ਅੱਛਾ,
ਜੇ ਦੱਸਣਗੇ ਤਾਂ ਹੀ ਪਤਾ ਲੱਗੇਗਾ ਨਾ। ਓਕੇ, ਪਰ ਤੁਸੀਂ ਪਰੇਸ਼ਾਨ ਹੋ ਰਹੇ, ਤੁਹਾਨੂੰ ਸਹੀ ਰਾਹ ਨਹੀਂ ਪਾ ਰਹੇ। 2 ਮਹੀਨੇ ਤੋਂ ਮੈਂ ਲਗਾਤਾਰ ਪੁੱਡਾ ਦਫ਼ਤਰ ਜਾ ਰਿਹਾ ਗਲਾਡਾ ਦੇ। ਜੀ। ਉਹਨਾਂ ਨੇ ਕੋਈ ਸਹਿਯੋਗ ਨਹੀਂ ਕੀਤਾ। ਉਹ ਕਹਿੰਦੇ ਤੁਹਾਡਾ ਤੇ ਕਲੋਨਾ ਜਿਹੜਾ ਮਾਮਲਾ ਹੈਗਾ, ਅੱਛਾ, ਤੁਸੀਂ ਆਪੇ ਨਜਿੱਠੋ ਜਾ ਕੇ। ਤੇ ਕਿਹਨਾਂ ਨੂੰ ਮਿਲੇ ਤੁਸੀਂ ਪੁੱਡਾ ਤੇ ਗਲਾਡਾ? ਗਿੱਲ ਸਾਹਿਬ ਸੀਏ ਸਾਹਿਬ ਗਿੱਲ, ਅੱਛਾ ਜੀ। ਉਹਨਾਂ ਨੇ ਇੱਕ ਕਮੇਟੀ ਬਿਠਾਤੀ ਹੈ। ਕਮੇਟੀ ਜਾ ਕੇ ਕਹਿੰਦੇ ਪਤਾ ਕਰੋ ਜੀ, ਕਮੇਟੀ ਅੱਛਾ ਜੀ, ਦੇਖੋ। ਕਮੇਟੀ ਦੇਖੂਗੀ। ਹਾਂਜੀ। ਓਕੇ, ਸੋ ਗੱਲਬਾਤ ਕਰਦੇ ਹਾਂ, ਇੱਥੇ ਹੋਰ ਵੀ ਖੜੇ ਹੈ। ਸਰ, ਤੁਹਾਡਾ ਨਾਮ? ਵਿਕਾਸ ਰਾਜਦੇਵ। ਵਿਕਾਸ ਜੀ, ਕੀ ਪ੍ਰੋਬਲਮ ਹੈ ਇੱਥੇ? ਮੈਂ ਅੱਜ ਤੋਂ 9 ਸਾਲ ਪਹਿਲਾਂ ਇੱਧਰ ਇੱਕ ਪਲਾਟ ਲਿਆ ਸੀਗਾ, ਜੀ। ਕਾਰਨਰ ਪਲਾਟ ਸੀਗਾ। ਇਹ ਮੇਰਾ ਪਲਾਟ ਹੈ, ਤੁਸੀਂ ਦੇਖ ਸਕਦੇ ਹੋ। ਤੇ 9 ਸਾਲ ਪਹਿਲਾਂ ਇਹਨਾਂ ਨੇ ਕੀ ਕਿਹਾ ਸੀਗਾ ਕਿ ਇਹਨਾਂ ਨੇ ਮੇਰੇ ਨਾਲ ਇੱਕ ਕੰਟਰੈਕਟ ਕੀਤਾ ਸੀਗਾ, ਜੋ ਮੇਰੇ ਅਲਾਟਮੈਂਟ ਲੈਟਰ ਮੇਰੇ ਹੱਥ 'ਚ ਹੈ। ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਕਿਸ਼ਤਾਂ 'ਚ ਪੈਸੇ ਦੇਣੇ ਆ, 1.25 ਸਾਲ 'ਚ ਪੈਸੇ ਦੇਣੇ ਆ। ਸਾਡੀ ਕੰਸਟਰਕਸ਼ਨ ਲੇਟ ਹੋ ਸਕਦੀ ਹੈ, ਲੇਕਿਨ ਤੁਹਾਡਾ ਪੇਮੈਂਟ ਮੋਡਿਊਲ ਲੇਟ ਨਹੀਂ ਹੋਏਗਾ। ਇਹ ਸਾਡਾ ਲਾਅ ਹੈ ਤੇ ਅਸੀਂ ਰਿਟਰਨਸ ਤੁਹਾਨੂੰ ਦੇ ਰਹੇ ਹਾਂ। ਅਸੀਂ 1.25 ਸਾਲ 'ਚ ਇਹਨਾਂ ਦੀ ਪੇਮੈਂਟ ਕੀਤੀ। ਪੇਮੈਂਟ ਕਰਨ ਤੋਂ ਬਾਅਦ ਅਸੀਂ ਇੱਧਰ ਰਜਿਸਟਰੀ ਕਰਾ ਲਈ। ਸਾਰੀ ਰਜਿਸਟਰੀ ਕਰਾਉਣ ਤੋਂ ਬਾਅਦ ਅਸੀਂ ਇਹਨੂੰ ਲਗਾਤਾਰ ਪਿਛਲੇ 8 ਸਾਲ ਤੋਂ ਕਹਿ ਰਹੇ ਹਾਂ ਕਿ ਤੁਸੀਂ ਸੜਕਾਂ ਬਣਾਓ, ਪਾਰਕ ਬਣਾਓ, ਤਾਂ ਕਿ ਅਸੀਂ ਆ ਕੇ ਰਹਿ ਸਕੀਏ, ਕੋਈ ਰਹਿਣ ਦਾ ਮਾਹੌਲ ਹੋਏ। ਇੱਧਰ ਸੱਪ ਨਿਕਲਦੇ ਆ, ਪੜੋਸੀ ਦੱਸਦੇ ਆ, ਬਿੱਛੂ ਨਿਕਲਦੇ ਆ, ਤੇ ਕੋਈ ਰਹਿਣ ਦਾ ਮਾਹੌਲ ਤਾਂ ਹੋਏ, ਕੋਈ ਇਨਫਰਾਸਟ੍ਰਕਚਰ ਤਾਂ ਹੋਏ। ਲੇਕਿਨ ਇਹ 8 ਸਾਲ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ। ਮੈਂ ਦਸੰਬਰ 'ਚ ਇਹਨਾਂ ਨੂੰ ਮੇਲ ਲਿਖੀ ਸੀ ਕਿ ਮੈਂ ਇੱਥੇ ਨਕਸ਼ਾ ਪਾਸ ਕਰਾਉਣਾ, ਮੈਨੂੰ ਐਨਓਸੀ ਦਿੱਤੀ ਜਾਏ। ਤਾਂ ਇਹਨਾਂ ਨੇ ਮੈਨੂੰ ਕਿਹਾ ਐਨਓਸੀ ਦਾ 1,85,000 ਲੱਗੇਗਾ। ਮੈਂ ਕਿਹਾ ਵੀ ਮੇਰੇ ਹੀ ਪਲਾਟ ਦੀ ਐਨਓਸੀ ਦਾ 1,85,000 ਕਿਉਂ ਲੱਗੇਗਾ? ਕਹਿੰਦੇ ਤੁਸੀਂ ਮਕਾਨ ਟਾਈਮ ਤੇ ਕੰਸਟਰਕਟ ਨਹੀਂ ਕਰਿਆ। ਤੇ ਮੈਂ ਇੱਕ ਵਾਰ ਪੜ੍ਹ ਕੇ ਸੁਣਾ ਦਿੰਦਾ। ਪੈਰਾ ਨੰਬਰ 4 ਇਹਨਾਂ ਦਾ ਅਲਾਟਮੈਂਟ ਲੈਟਰ ਦਾ ਕਹਿੰਦਾ ਹੈ ਕਿ ਯੂ ਹੈਵ ਟੂ ਕੰਪਲੀਟ ਦਾ ਬਿਲਡਿੰਗ ਵਰਕ ਵਿਦਿਨ 3 years ਫਰੋਮ ਦੀ ਡੇਟ ਆਫ ਪੋਜੈਸ਼ਨ and date of possession will be handed over only after completion of complete development work and infrastructure work। ਤੁਸੀਂ ਇੱਕ ਵਾਰ ਦੇਖੋ ਇਹ ਕਿਹੜਾ ਡਿਵੈਲਪਮੈਂਟ ਵਰਕ ਹੈ ਜਿਹੜਾ ਇਹ ਕਹਿ ਰਹੇ ਹੈ ਕਿ ਅਸੀਂ ਕਰਕੇ ਤੁਹਾਨੂੰ ਪੋਜੈਸ਼ਨ ਦੇ ਦਿੱਤਾ। ਇਹ ਪਾਰਕ ਤੁਹਾਡੇ ਸਾਹਮਣੇ ਹੈ, ਸਿਰਫ 4 ਦੀਵਾਰੀ ਹੈ, ਪੇਂਟ ਨਹੀਂ ਹੈ, ਅੰਦਰ ਕੁਝ ਵੀ ਨਹੀਂ ਹੈ, ਜੰਗਲੀ ਘਾਹ ਹੋ ਗਿਆ। ਤੇ ਇਹ ਇਹਨਾਂ ਨੇ ਇਸ ਸਾਲ ਫਰਵਰੀ 'ਚ ਸਿਰਫ 4 ਦੀਵਾਰੀ ਕਰਕੇ ਪਲਸਤਰ ਕੀਤਾ ਹੈ। ਉਹ ਵੀ ਜਦ ਬਹੁਤ ਪੜੋਸੀ ਦੁਖੀ ਆ ਗਏ ਸੀ ਕਿ ਪਹਿਲਾਂ ਅਸੀਂ ਕਰੋਨਾ ਤੋਂ ਪਰੇਸ਼ਾਨ ਹੈ ਤੇ ਹੁਣ ਡੇਂਗੂ ਮਲੇਰੀਆ ਤੋਂ ਪਰੇਸ਼ਾਨ ਹੈ। ਅੱਛਾ ਜੀ। ਤੇ ਇਹ ਤੁਸੀਂ ਆਪ ਦੇਖ ਸਕਦੇ ਹੋ, ਅੰਦਰ ਸਾਰਾ ਪਾਣੀ ਖੜਿਆ ਹੋਇਆ। ਫਿਰ ਮੈਂ ਵਿਚਾਰ ਬਣਾ ਲਿਆ ਦੁਖੀ ਆ ਕੇ ਕਿ ਨਹੀਂ, ਮੈਂ ਪਲਾਟ ਵੇਚ ਦਿਆਂਗਾ। ਅੱਛਾ ਜੀ। ਤੇ ਇਹ ਪਲਾਟ ਵੇਚ ਕੇ ਮੈਂ ਕਿਤੇ ਹੋਰ ਚਲਾ ਜਾਵਾਂਗਾ, ਕਿਉਂਕਿ ਮੈਂ ਗਾਰੇ ਦੇ ਅੰਦਰ, ਟੋਬਿਆਂ ਦੇ ਅੰਦਰ ਮੈਂ ਆਪਣਾ ਬੱਚਿਆਂ ਨੂੰ ਲੈ ਕੇ ਮਕਾਨ ਨਹੀਂ ਬਣਾ ਸਕਦਾ। ਜੀ। ਹੁਣ ਜਦ ਇਹਨਾਂ ਕੋਲ ਮੈਂ ਕਿਹਾ ਕਿ ਮੈਂ ਵੇਚਣਾ ਤੇ ਮੈਨੂੰ ਐਨਓਸੀ ਦਿਓ, ਤਾਂ ਇਹਨਾਂ ਨੇ ਲੱਖਾਂ ਰੁਪਏ ਦਾ ਹਿਸਾਬ ਬਣਾ ਲਿਆ। ਅੱਛਾ ਜੀ। ਮੈਂ ਇਹਨਾਂ ਨੂੰ ਇੱਕ ਨੋਟਿਸ ਭੇਜਿਆ, ਰਜਿਸਟਰਡ ਪੋਸਟ ਭੇਜੀ, ਮੇਲਾਂ ਭੇਜੀਆਂ, ਫੋਨ ਤੇ ਗੱਲ ਕੀਤੀ। ਤਾਂ ਇਹ ਕਹਿੰਦੇ ਤੁਹਾਨੂੰ 3-4 ਲੱਖ ਰੁਪਇਆ ਬਣਦਾ ਹੈ, ਉਹ ਤੁਹਾਨੂੰ ਦੇਣਾ ਪਏਗਾ। ਮੈਂ ਇਹਨਾਂ ਨੂੰ ਕਿਹਾ ਮੈਨੂੰ ਮੇਲ ਤੇ ਡਾਕੂਮੈਂਟ ਕਰ ਦਿਓ, ਜੋ ਵੀ ਮੇਰੀ ਪੈਨਲਟੀ ਬਣਦੀ ਹੈ। ਇੱਕ, ਕਿਸ ਤਹਿਤ ਤੁਸੀਂ ਮੇਰੇ ਤੋਂ ਪੈਨਲਟੀ ਲੈ ਰਹੇ ਹੋ? ਦੂਜਾ, ਉਹਦੀ ਕੈਲਕੂਲੇਸ਼ਨ ਕੀ ਹੈ? ਕਿਹੜਾ ਹਿਸਾਬ ਹੈ ਕਿ ਤੁਸੀਂ ਕਹਿ ਰਹੇ ਹੋ ਕਦੇ 3 ਲੱਖ, ਕਦੇ 4 ਲੱਖ, ਕਦੇ 285, ਇੰਨਾ ਪੈਸਾ ਤੁਸੀਂ ਮੇਰੇ ਤੋਂ ਮੰਗ ਰਹੇ ਹੋ। ਇਹ ਕਹਿੰਦੇ ਅਸੀਂ ਕੈਲਕੂਲੇਸ਼ਨ ਨਹੀਂ ਦੇ ਸਕਦੇ, ਉਹ ਸਾਡਾ ਕੰਮ ਨਹੀਂ ਹੈ। ਤੁਸੀਂ ਸਾਨੂੰ ਆ ਕੇ ਪੈਸੇ ਦੇ ਦਿਓ, ਤੇ ਪੈਸੇ ਕੈਸ਼ ਦੇ ਦਿਓ। ਅਸੀਂ ਸਾਰਿਆਂ ਤੋਂ ਕੈਸ਼ ਲੈ ਰਹੇ ਹਾਂ, ਤੁਹਾਨੂੰ 20-30 ਹਜ਼ਾਰ ਰੁਪਏ ਛੱਡ ਦਾਂਗੇ 4 ਲੱਖ ਚੋਂ, ਤੇ ਤੁਸੀਂ ਸਾਨੂੰ ਕੈਸ਼ ਦੇ ਦਿਓ। ਤੇ ਉੱਪਰ GST ਵੀ ਨਹੀਂ ਲੱਗੇਗਾ, ਕਿਉਂਕਿ ਜੇ ਕੈਸ਼ ਦਿਓਗੇ ਤਾਂ GST ਲੱਗੇਗਾ। ਠੀਕ ਹੈ ਜੀ। ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਇੱਧਰ ਦੇ ਜਿਹੜੇ ਡਾਇਰੈਕਟਰ ਨੇ ਮਿਸਟਰ ਕੁਲਵੰਤ, ਅਸੀਂ ਉਹਨਾਂ ਦੀ ਰੈਪੂਟੇਸ਼ਨ ਦੇਖ ਕੇ ਕਿ ਉਹ ਕਿੱਥੇ ਮੋਹਾਲੀ ਦੇ ਮੇਅਰ ਵੀ ਰਹੇ ਨੇ, ਅੱਛਾ ਜੀ। ਇਹ ਸੋਚ ਕੇ ਮੈਂ ਇੱਧਰ ਪਲਾਟ ਲਿਆ ਸੀ ਕਿ ਇੱਕ ਮੇਅਰ ਨੂੰ ਤਾਂ ਪਬਲਿਕ ਦੀ ਹੈਲਥ ਦਾ, ਸੜਕਾਂ ਦਾ, ਪਾਰਕ ਦਾ, ਪ੍ਰੋਪਰ ਯੂਟਿਲਿਟੀਜ਼ ਦਾ ਸਾਰਾ ਪਤਾ ਹੁੰਦਾ ਹੈ। ਤੇ ਜੇ ਮੈਂ ਇਹਨਾਂ ਤੋਂ ਕਲੋਨੀ ਲਵਾਂਗਾ ਤਾਂ ਮੈਨੂੰ ਸਾਰੀ ਫੈਸਿਲਿਟੀਜ਼ ਮਿਲੇਂਗੀ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਇਹ ਤਾਂ ਖਾਣ ਨੂੰ ਪੈਂਦੇ ਆ। ਇਹਨਾਂ ਦੇ ਦਫ਼ਤਰ ਜਾਓ ਤਾਂ ਬਦਤਮੀਜ਼ੀ ਨਾਲ ਗੱਲ ਹੁੰਦੀ ਹੈ, ਉਂਗਲਾਂ ਚੱਕ ਚੱਕ ਕੇ ਇਹਨਾਂ ਦਾ ਮੈਨੇਜਰ ਗੱਲ ਕਰਦਾ ਹੈ। ਫਿਰ ਮੈਂ ਗਲਾਡਾ ਦੇ ਆਫਿਸ ਗਿਆ, ਉੱਧਰ ਐਡੀਸ਼ਨਲ ਸੀਏ ਨੇ, ਉਹਨਾਂ ਨੂੰ ਮਿਲਿਆ। ਫਿਰ ਉਹਨਾਂ ਨੇ ਕਿਹਾ ਤੁਸੀਂ ਗਿੱਲ ਸਾਹਿਬ ਨੂੰ ਮਿਲੋ। ਫਿਰ ਜਤਿੰਦਰਪਾਲ ਸਿੰਘ ਗਿੱਲ ਜੀ ਨੂੰ ਮੈਂ ਮਿਲਿਆ। ਉਹਨਾਂ ਨੇ ਫਿਰ 4 ਮੈਂਬਰੀ ਕਮੇਟੀ ਫਾਰਮ ਕੀਤੀ ਹੈ, ਜਿਹੜੀ 10 ਦਿਨਾਂ ਦੇ ਅੰਦਰ ਸਾਨੂੰ ਦੱਸੇਗੀ ਕਿ ਪਬਲਿਕ ਹੈਲਥ ਦਾ ਕੀ ਹਾਲ ਹੈ, ਇਲੈਕਟ੍ਰਿਸਿਟੀ ਦਾ ਕੀ ਹਾਲ ਹੈ, ਸੜਕਾਂ ਦਾ ਕੀ ਹਾਲ ਹੈ। ਲੇਕਿਨ ਕੋਲੋਨਾਈਜ਼ਰ ਕੋਲ ਜੇ ਤੁਸੀਂ ਜਾਓ ਆਫਿਸ, ਤਾਂ ਇਦਾਂ ਲੱਗਦਾ ਕਿ ਉਹ ਸਾਡੇ ਤੇ ਪਰਚੇ ਕਰਾ ਦੇਣਗੇ। ਇਦਾਂ ਦਾ ਬਿਹੇਵੀਅਰ ਕਰਦੇ ਆ ਉਹ, ਖੜੇ ਹੋ ਕੇ ਟੇਬਲ ਤੇ ਹੱਥ ਮਾਰ ਕੇ। ਅਸੀਂ ਪੈਸੇ ਦਿੱਤੇ ਆ ਸਰ, ਵੀ ਆਰ ਪਬਲਿਕ। ਅਸੀਂ 10 ਸਾਲ ਬਾਅਦ ਵੀ ਦੇਖੋ, ਇਹ ਪੜੋਸੀ ਨੇ ਇੱਧਰ ਹੁਣੇ ਸਾਨੂੰ ਦੇਖ ਕੇ ਆਏ ਨੇ। ਇਹਨਾਂ ਨੂੰ ਪੁੱਛੋ ਕਿ ਕਿਆ ਇਹਨਾਂ ਨੇ ਇਹ ਸੋਚ ਕੇ ਪਲਾਟ ਲਿਆ ਸੀ ਤੇ ਇੰਨੇ ਪੈਸੇ ਕੋਠੀ ਤੇ ਲਾਏ ਸੀ ਕਿ ਇਹ ਇੱਧਰ ਡੇਂਗੂ ਤੇ ਮਲੇਰੀਆ ਫੈਲੇਗਾ। ਤੁਸੀਂ ਹਾਲਤ ਦੇਖੋ, ਕੋਈ ਮੇਨਟੇਨੈਂਸ ਨਹੀਂ, ਸਾਰਾ ਜੰਗਲ ਹੈ। ਅੰਦਰ ਪਾਰਕ ਦੇ ਅੰਦਰ ਵੀ ਜੰਗਲ ਹੈ, ਕੁਝ ਵੀ ਨਹੀਂ ਹੈ ਸਰ ਇੱਧਰ ਫੈਸਿਲਿਟੀ। ਮੈਂ ਸਮਝ ਗਿਆ। ਤੇ ਇਹ ਬੇਸਿਕਲੀ ਜਿਹੜਾ ਤੁਸੀਂ ਕਿਹਾ ਸੀਗਾ ਇਹਨਾਂ ਨੂੰ ਮੇਲ ਪਾਣ ਲਈ, ਤੇ ਇਹਨਾਂ ਨੇ ਮੇਲ ਪਾਈ? ਇਹ ਕਹਿੰਦੇ ਅਸੀਂ ਰਿਟਰਨ 'ਚ ਨਹੀਂ ਦੇਵਾਂਗੇ, ਸਾਡੇ ਕੋਲ ਆਓ। ਕੈਲਕੂਲੇਟਰ ਤੇ ਦਿਖਾ ਦਿੱਤਾ ਇਹਨਾਂ ਨੇ, ਜਿੱਦਾਂ ਇਹ ਸਰਦਾਰ ਜੀ ਕਹਿ ਰਹੇ ਸੀ ਕਿ ਕੈਲਕੂਲੇਟਰ ਤੇ ਦਿਖਾ ਦਿੰਦੇ ਆ 5 ਲੱਖ ਹੈ, 4 ਲੱਖ ਹੈ, 7 ਲੱਖ ਹੈ, ਉਹ ਸਾਨੂੰ ਦੇ ਦਿਓ। ਅੱਛਾ। ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਲੈਟਰ ਹੈਡ ਤੇ ਮੇਰੀ ਪੈਨਲਟੀ ਦੇ ਦਿਓ, ਉਹਦੀ ਕੈਲਕੂਲੇਸ਼ਨ ਲੈ ਦਿਓ ਕਿ ਪੁੱਡਾ ਨੇ ਤੁਹਾਨੂੰ ਕਿੱਦਾਂ ਇਹ ਗੁੰਡਾ ਐਕਟ ਪਾਸ ਕੇ ਤੁਹਾਨੂੰ ਆਥੋਰਾਈਜ਼ ਕਰ ਦਿੱਤਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਰੇਟ ਲਾ ਕੇ ਪੈਨਲਟੀ ਬਣਾ ਦੋਗੇ। ਮੈਨੂੰ ਨਾ ਤਾਂ ਕੋਈ ਮੇਲ ਆਈ ਕਿ ਤੁਹਾਨੂੰ ਨੌਨ ਕੰਸਟਰਕਸ਼ਨ ਤੇ 50 ਰੁਪਏ ਗਜ ਲੱਗੇਗਾ ਜਾਂ 100 ਰੁਪਏ ਗਜ ਲੱਗੇਗਾ, ਤੇ ਪੁੱਡਾ ਨੇ ਉਹਨੂੰ ਆਥੋਰਾਈਜ਼ ਕੀਤਾ ਹੈ ਕਿ ਤੁਸੀਂ ਇੰਨਾ ਪੈਸਾ ਲੈ ਸਕਦੇ ਹੋ।
ਨਾ ਤਾਂ ਪੁੱਡਾ ਕਹਿੰਦੀ ਹੈ ਅਸੀਂ ਆਥੋਰਾਈਜ਼ ਕੀਤਾ ਹੈ, ਤੇ ਜੇ ਆਥੋਰਾਈਜ਼ ਨਹੀਂ ਕੀਤਾ ਐਜ਼ ਪਰ ਕੰਜ਼ਿਊਮਰ ਐਕਟ, ਕਿਆ ਇਹਨਾਂ ਨੇ ਮੈਨੂੰ ਲੈਟਰ ਕਰਕੇ ਇੰਟੀਮੇਟ ਕੀਤਾ ਕਿ ਤੁਸੀਂ ਆਪਣਾ ਪਲਾਟ ਕੰਸਟਰਕਟ ਕਰੋ, ਨਹੀਂ ਤਾਂ ਇੰਨੇ ਰੁਪਏ ਤੁਹਾਡੇ ਚਾਰजेस ਲੱਗਣਗੇ। ਦਸੰਬਰ 'ਚ ਕਹਿੰਦੇ 1,85,000, ਫਿਰ 2,85,000, ਹੁਣ 3,85,000। ਸਾਨੂੰ ਇਹ ਮੇਲ ਦੇ ਉੱਪਰ ਕਹਿੰਦੇ ਨਹੀਂ ਦੇਾਂਗੇ ਕਿ ਸਾਡੀ ਪੈਨਲਟੀ ਦੀ ਕੈਲਕੂਲੇਸ਼ਨ ਕੀ ਹੈਗੀ। ਇਹਨਾਂ ਤੋਂ 5 ਸਾਲ ਪਹਿਲਾਂ ਨਾਨ ਕੰਸਟਰਕਸ਼ਨ ਚਾਰजेस ਲੈ ਕੇ ਉਸੇ ਪਲਾਟ ਤੇ ਇਹਨਾਂ ਨੂੰ ਮਕਾਨ ਨਹੀਂ ਬਣਾਉਣ ਦੇ ਰਹੇ, ਜਦਕਿ ਪੁੱਡਾ ਨੇ ਇਹਨਾਂ ਦਾ ਨਕਸ਼ਾ ਅਪਰੂਵ ਕਰ ਲਿਆ। ਹਾਂਜੀ, ਇਦਾਂ ਦੀ ਕੋਈ ਗੱਲ ਹੋਈ? ਨਕਸ਼ਾ ਪਾਸ ਹੈ 2015 ਤਿੰਨਾਂ ਪਲਾਟਾਂ ਨਕਸ਼ੇ ਪਾਸ ਹੈ। ਅੱਛਾ ਜੀ। ਅੱਜ ਉਹ ਪਾਣੀ ਦਾ ਕਨੈਕਸ਼ਨ ਦੇ ਰਹੇ ਮੈਨੂੰ ਤਾਂ। ਅੱਛਾ, ਪਾਣੀ ਦਾ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ? ਬਹੁਤ ਜ਼ਿਆਦਾ ਜੀ। ਅੱਛਾ ਜੀ। ਪਾਣੀ ਕੀ ਹੋਇਆ ਕਿਸੇ ਤੁਸੀਂ ਪੁੱਡਾ ਤੋਂ ਜਿਹੜਾ ਨਕਸ਼ਾ ਪਾਸ ਕਰਾਇਆ? ਤਾਂ ਪੁੱਡਾ ਦਾ ਗਲਾਡਾ ਜੀ ਆ ਕੇ ਦਫ਼ਤਰ ਨਕਸ਼ੇ ਤਿੰਨਾਂ ਪਲਾਟਾਂ ਦੇ ਨਕਸ਼ੇ ਪਾਸ ਕਰਾਏ ਅਸੀਂ। ਅੱਛਾ, ਉਹਦੀ ਰਸੀਦਾਂ ਹੋਣਗੀਆਂ? ਰਸੀਦਾਂ ਸਭ ਕੁਝ ਨਕਸ਼ੇ ਮੇਰੇ ਕੋਲ ਪਏ ਆ ਬਕਾਇਦਾ। ਅੱਛਾ, ਤੇ ਫਿਰ ਇਹਨਾਂ ਨੂੰ ਇਹ ਕਿਉਂ ਨਹੀਂ ਬਣਾਉਣ ਦੇ ਰਹੇ? ਕੀ ਰੀਜ਼ਨ ਕੀ ਦੱਸ ਰਹੇ? ਇਹ ਕਹਿੰਦੇ ਤੁਸੀਂ ਕੰਸਟਰਕਸ਼ਨ ਫੇਰ ਨਹੀਂ ਕੀਤੀ, ਕਿਉਂ ਨਹੀਂ ਕੀਤੀ ਕੰਸਟਰਕਸ਼ਨ, ਲੇਟ ਕਰਤੀ ਦੁਬਾਰਾ ਕਹਿੰਦੇ ਤੁਸੀਂ। ਅੱਛਾ ਜੀ। ਹੁਣ ਮੈਂ 8 ਲੱਖ ਰੁਪਏ ਇੱਕ ਪਲਾਟ ਦਾ ਹੋਰ ਦਿਓ, 6 ਲੱਖ ਇੱਕ ਪਲਾਟ ਦਾ ਹੋਰ ਦਿਓ। ਅੱਛਾ ਜੀ। ਪਾਣੀ ਦਾ ਕਨੈਕਸ਼ਨ, ਸੀਵਰੇਜ ਤੁਸੀਂ ਕਨੈਕਸ਼ਨ ਇਹਨੂੰ ਨਹੀਂ। ਕੀ ਕਹੋਗੇ, ਨੀਅਤ ਖਰਾਬ ਹੋ ਚੁੱਕੀ ਹੈ ਇਹਨਾਂ ਦੀ? ਨੀਅਤ ਕੀ ਬੁਰੀ ਹਾਲਤ ਹੈ ਜੀ ਇਸ ਟਾਈਮ ਤਾਂ। ਅੱਛਾ ਜੀ। ਕੋਈ ਗੱਲ ਸੁਣਵਾਈ ਹੈ ਹੀ ਨਹੀਂ ਗੀ। ਮੈਂ ਅੱਛਾ। ਜੇ ਅਸੀਂ ਮੇਲ ਕਰਦੇ ਆ ਉਹ ਜਵਾਬ ਨਹੀਂ ਦਿੰਦੇ ਹੈਗੇ। ਅੱਛਾ, ਮੈਂ ਮੇਲ ਕੀਤੀ ਹੈ, ਮੇਰੇ ਕੋਲ ਸਿੱਧਾ ਪਈਆਂ ਹੈਗੀਆਂ। ਇੱਥੇ ਤੁਸੀਂ ਕਿਹਦੇ ਨਾਲ ਮਿਲਦੇ ਸੀਗੇ? ਮਾਲਕ ਕੁਲਵੰਤ ਸਿੰਘ ਜੀ ਨਾਲ ਮਿਲਦੇ ਜਾਂ? ਇੱਥੇ ਕੁਲਵੰਤ ਸਿੰਘ ਦਾ ਤਾਂ ਚੰਡੀਗੜ੍ਹ ਬੈਠੇ ਹੋ ਤਾਂ, ਅੱਛਾ। ਮਾਲੀ ਬੈਠੇ ਹੋ ਤਾਂ, ਓਕੇ। ਉਹਨਾਂ ਨਾਲ ਕੌਣ ਗੱਲ ਕਰੇਗਾ? ਫਿਰ ਇੱਥੇ ਕਿਹਦੇ ਨਾਲ ਮਿਲਦੇ? ਇੱਥੇ ਜਿਹੜਾ ਮੈਨੇਜਰ ਬਣਾਏ ਹੋਏ ਇਹਨਾਂ ਦੇ। ਅੱਛਾ, ਸੋ ਮੈਨੇਜਰ ਕੋਈ ਸੁਣਵਾਈ ਨਹੀਂ ਕਰਦੇ? ਨਾ ਨਾ, ਉਹ ਤਾਂ ਕਹਿੰਦੇ ਥੋੜੇ 10% ਲੈਸ ਕਰ ਦਾਂਗੇ, 20% ਲੈਸ ਕਰ ਦਾਂਗੇ, ਬਸ ਇਦਾਂ ਕਹਿੰਦੇ। ਅੱਛਾ ਜੀ। ਵੀ ਲਿਖ ਕੇ ਨਹੀਂ ਦੇਣਾ, ਅੱਛਾ ਆਪਣੇ ਹੱਥ ਨਾਲ ਲਿਖ ਲਓ। ਓਕੇ। ਅਸੀਂ ਨਹੀਂ ਲਿਖ ਕੇ ਦੇਣਾ ਕੁਝ ਵੀ, ਅੱਛਾ ਜੀ। ਨਾ ਕੋਈ ਤੁਹਾਨੂੰ ਪੈਨ ਦੇਣਾ ਸੀ ਆਪਣਾ, ਜੀ। ਆਪਣੇ ਹੱਥ ਨਾਲ ਆਪਣੇ ਪੈਨ ਤੇ ਜਿੱਥੇ ਮਰਜ਼ੀ ਲਿਖ ਲਓ ਜੀ। ਅੱਛਾ ਜੀ। ਸਿਰਫ ਕੈਲਕੂਲੇਟਰ ਇਦਾਂ ਕਰਕੇ ਦਿਖਾਉਂਦੇ 8 ਲੱਖ ਬਣਿਆ ਜੀ, 6,80,000 ਬਣਿਆ ਜੀ, ਇਦਾਂ ਕਹਿੰਦੇ ਬਸ ਇਦਾਂ। ਹਾਂਜੀ ਸਰ, ਤੁਸੀਂ ਕੁਝ ਕਹਿਣਾ ਚਾਹ ਰਹੇ? ਮੈਂ ਇਹ ਕਹਿ ਰਿਹਾ ਸੀ ਕਿ ਇਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਰਸੀਦ ਬੁੱਕ ਤੇ ਰਸੀਦ ਦੇ ਦਾਂਗੇ, ਤੇ ਮੈਂ ਕਿਹਾ ਰਸੀਦ ਦਿਖਾਓ। ਜਿੱਦਾਂ ਅਸੀਂ ਦੁਕਾਨ ਤੋਂ 20 ਰੁਪਏ ਦੀ ਰਸੀਦ ਬੁੱਕ ਲੈ ਲੈਂਦੇ ਆ ਨਾ, ਜਿਸ ਤੇ ਨੰਬਰ ਪਏ ਹੁੰਦੇ ਆ, ਉਸ ਤੇ ਕਹਿੰਦੇ ਲਿਖ ਕੇ ਦੇ ਦਾਂਗੇ। ਮੈਂ ਕਿਹਾ ਇਹ ਮੈਨੂੰ ਪੁੱਡਾ ਦੇ ਐਸਟੇਟ ਆਫੀਸਰ ਨੇ ਦਿੱਤੀ ਜਾਂ ਕਿਸੇ ਨੇਤਾ ਨੇ ਦਿੱਤੀ ਜਾਂ JLPL ਨੇ ਦਿੱਤੀ? ਤੁਸੀਂ ਮੈਨੂੰ ਦੱਸੋ ਕਿ ਮੈਂ ਕਿਵੇਂ ਪ੍ਰੂਵ ਕਰਾਂਗਾ ਇਹ ਕਿਸ ਚੀਜ਼ ਦੇ ਪੈਸੇ ਨੇ? ਕੱਲ ਨੂੰ ਤਾਂ ਤੁਸੀਂ ਕਹੋਗੇ ਮੈਂ ਰਸੀਦ ਦਿੱਤੀ ਨਹੀਂ। ਜਦ ਤੁਹਾਨੂੰ ਅਸੀਂ ਨਾਨ ਕੰਸਟਰਕਸ਼ਨ ਚਾਰजेस ਦੇਣ ਨੂੰ ਤਿਆਰ ਹਾਂ, ਜੋ ਤੁਸੀਂ ਇਲੀਗਲ ਮੰਗ ਰਹੇ ਹੋ, ਸਾਨੂੰ ਤੁਸੀਂ ਕੈਲਕੂਲੇਸ਼ਨ ਤਾਂ ਲੈਟਰ ਹੈਡ ਤੇ ਲਿਖ ਕੇ ਦਿਓਗੇ ਕਿ ਇੰਨੇ ਪੈਸੇ ਤੁਹਾਡੇ ਬੰਦੇ ਆ, ਇੰਨੇ ਤੁਸੀਂ ਦਿਓ। ਮੇਰੀ ਇੱਛਾ ਹੋਏਗੀ ਜੇ ਲੀਗਲੀ ਹੈ ਤਾਂ ਮੈਂ ਉਹਨੂੰ ਦੇ ਦਾਂਗਾ, ਪਰ ਉਹ ਕਹਿੰਦੇ ਅਸੀਂ ਤੁਹਾਨੂੰ ਰਿਟਰਨ 'ਚ ਨਹੀਂ ਦੇ ਸਕਦੇ। ਫਿਰ ਮੈਂ ਇਹਨਾਂ ਨਾਲ ਜਦ ਇਹ ਗੱਲ ਕੀਤੀ ਕਿ ਤੁਸੀਂ ਮੈਨੂੰ ਰਿਟਰਨ 'ਚ ਕਿਉਂ ਨਹੀਂ ਦੇ ਸਕਦੇ, ਇਹ ਕਹਿੰਦੇ ਤੁਹਾਨੂੰ ਪਤਾ ਹੀ ਹੈ ਸਾਡੀ ਮਜਬੂਰੀ ਕੀ ਹੈ। ਫਿਰ ਮੇਰੇ ਕੋਲ ਇਹਨਾਂ ਦੀ ਰਿਕਾਰਡਿੰਗ ਪਈ ਹੈ ਜੋ ਇਹਨਾਂ ਨੇ, ਇਹ ਦੇਖੋ। हेलो। हाँ जी सर, विकास जी। हाँ जी, हाँ जी। सर तुसीं पुछया सीगा अपने प्लाट दी भी ਉਹ ਕਿੰਨੀ ਹੈਗੀ ਆ। आप कौन बोल रहे हैं सर? चार्जेस थोड़ा। हाँ जी, हाँ जी। आप कौन बोल रहे हैं सर? मैं JLP तो बोल रहा सर, गुलाटी। हाँ जी, हाँ जी। वो लैंडलाइन से भी काफी फोन आ रहे थे, नंबर मिल नहीं रहा था। मैंने मिलाया था फोन, आपका बिजी आ रहा था। हाँ जी, हाँ जी। आपके 1,80,500 रुपया बनता है। आप मेरे को सर ये ना लेटर बना के मेरे एड्रेस पे पोस्ट कर दें या मुझे मेल पे भेज दें। नहीं सर, ये हम वो बाकी नहीं कर सकते, हम तो बस बता सकते हैं ऐसे। नहीं सर, वर्बली नहीं। आप देखो, या तो मुझे लेटर इशू कर दो इसका, या फिर आप मेरे को मेल पे कर दो। मेरी मेल पे भी बात चल रही है, आप लोगों को मैंने मेल की है, उस पे भी रिवर्ट आया था, रिप्लाई करेंगे। तो रिप्लाई आया अभी यहाँ कोई मैनेजर है नहीं, यहाँ कोई और कोई रिटर्न नहीं दे सकते। हम आपको बता रहे हैं ऐसे, वो भी 9 महीने तक है। वर्बली नहीं। आप प्लीज मेरे को ना इसको या तो मेल कर दें या लेटर कर दें, दोनों में से एक काम कर दें। बात करते हैं, ठीक है। हाँ, कर लो बात। एक कदों दी है जी? देखो सर, ये इस साल जनवरी की है। अच्छा। या लास्ट ईयर दिसंबर या इस साल जनवरी की है। तब इन्होंने 1,85,000 बोला है, फिर उसके बाद 285 बोला, और 1 लाख हर क्वार्टर के बाद इनका बढ़ जाता है। तो मैंने बोला कोई फार्मूला दे दो, कोई मेरे को परसेंटेज बता दो, और मेरे को दिखाओ ग्लाडा ने आपको ये एक रैंसम वसूल करने की अथॉरिटी कैसे दी है। बेसिकली एक रैंसम है, इसको हम टैक्स नहीं बोलेंगे, ये तो रैंसम है जो लोगों पे लगाया जा रहा है कि अगर बनाना है तो हमारी कॉलोनी है तो आपकी हिम्मत नहीं, आप बना सकते हैं, आप इसके लिए हमको पैसे दो, और वो भी रिटर्न में नहीं देंगे, और वो भी एक प्लेन चाय वाली पर्ची पे लिख के दे देंगे इतने पैसे ले लिए, और फिर उसके बाद आप ये 2 नंबर का एक टैक्स देने के बाद जाइए, और जाने के बाद आप अपनी कंस्ट्रक्शन कीजिए। आप बताओ पब्लिक के साथ क्या जस्टिस हो रहा है? अब जिन लोगों से इन्होंने कैश ले लिया, पर्चियाँ नहीं है, वो कहते हैं सर अब हम कैसे बोले, हम प्रूव कैसे करेंगे हमने पैसे दिए। इनके पास पर्चियाँ हैं, रिसिप्ट्स हैं, उस पर लिखा है नॉन कंस्ट्रक्शन चार्जेस, लेकिन वो चार्जेस तो ये लीगली ले ही नहीं सकते, बिकॉज डी ब्लॉक के अंदर इन्होंने मेरे अलॉटमेंट लेटर में ये लिख के दिया है कि सड़कें और इंफ्रास्ट्रक्चर कंप्लीट होने के बाद हम आपको 3 साल का टाइम देंगे बनाने का। तो अभी तो मेरा 3 साल का टाइम स्टार्ट नहीं हुआ,
लेकिन इनके ए और बी ब्लॉक में तो ऐसी ना तो इनकी कोई रजिस्ट्री में लिखा ना अलॉटमेंट लेटर में लिखा कि ये कोई भी ऐसे नॉन कंस्ट्रक्शन चार्जेस ले सकते हैं। अगर वो लेगी तो पुड्डा लेगी। पुड्डा ने अगर मैप अप्रूव करके इनको दे दिया तो इसका मतलब कोई नो ड्यू नहीं, कोई भी नो ड्यू की जरूरत नहीं थी इनको। तो उसके बाद भी ये पैसे इकट्ठे कर रहे हैं और इनकी बहुत कंप्लेंट्स जेल वहाँ ग्लाडा के अंदर फाइल्ड हैं और ग्लाडा वाले अभी उस पर हमको डेट्स दे रहे हैं और इनको बुला के पूछ रहे हैं। तो क्या बनेगा उसमें अभी हमें पता नहीं, लेकिन अभी फिलहाल 10 दिन का टाइम उन्होंने मांगा है सीए साहब ने और उन्होंने एक कमेटी बनाई है एक्सचेंज की और वो कह रहे हैं वो कमेटी अपनी रिपोर्ट सबमिट करेगी कि यहाँ के कंस्ट्रक्शन और हेल्थ के पब्लिक हेल्थ के क्या हालात हैं, तो फिर उसके बाद हम आपको बताएंगे। लेकिन अभी तक ये नहीं बताया कि कौन सा ऐसा एक्ट है जिसके अंदर कॉलोनाइजर मेरे से कैलकुलेशन कैसी है या उसकी कैलकुलेशन कैसी है, उसका एक डिफाइंड रेट होना चाहिए जो हमारे पास लेटर या फोन आना चाहिए कि ये पेनल्टी आपको लगेगी और इतने इतने टाइम के बाद ये पेनल्टी आपकी बढ़ जाएगी। ऐसी कोई कम्युनिकेशन नहीं है। अचानक से 7 लाख या 5 कह रहे हो लाख कि जो भी पेनल्टी मांगते हैं वो कैश मांगते हैं। वो आपने रिकॉर्डिंग सुन ली है कि वो कहते हैं ना तो रिटर्न में देंगे ना अपने पेन से कुछ लिख के देंगे, कैलकुलेटर के ऊपर बता दी, आपको हमने वर्बल बता दी। और जब जब कोई मैनेजर गलती से इनका फोन पे बता देता है ये बात, पहले तो फोन पे भी नहीं बताते, ये कहते हैं हमारे पास आओ ये कैलकुलेटर है ये देख लो। तो फोन पे कोई बता देता है तो वो मैनेजर सिस्टम में दिखता नहीं है। कैनाल व्यू कहाँ पे है ये टाउनशिप? ये टाउनशिप नहर के ऊपर है, ये एमजीको के साथ, ये सदर्न बाईपास में है, साउदर्न बाईपास में है और ये इसका नाम कनाल व्यू है, जेएलपीएल पुड्डा अप्रूव्ड कॉलोनी है। ये डी ब्लॉक है जहाँ पे मेरा प्लॉट है और लोहारा पुल के पास है। और बाकी तो आप देख ही रहे हैं कितने ब्यूटीफुली इन्होंने 9 साल से जो हमने टैक्स दिया, 9 साल से हमने गवर्नमेंट को जो स्टैम्प ड्यूटी दी, ठीक है, और इनको हमने जीएसटी दिया और सारे इनकी फीस दी, तो ये हमारे हालात हैं। इन्होंने मेरे से पीएलसी ली है इस कॉर्नर प्लॉट की कि आपके सामने एक बहुत ब्यूटीफुल पार्क होगा, आप पार्क की ब्यूटी देख लो, अगर अंदर चले जाओ तो मच्छर आपको काट खाएंगे। ये हालत है। ਸਰ ਮੈਂ ਗੱਲਬਾਤ ਕਰਾਂਗਾ ਇੱਥੇ ਹੋਰ ਮਹੱਲੇ ਦੇ ਲੋਕ ਵੀ ਹੈਗੇ। ਸਰ ਜੋ ਇਹ ਕਹਿ ਰਹੇ ਹੈ, ਆਰੋਪ ਲਗਾ ਰਹੇ ਹੈ, ਤੁਹਾਨੂੰ ਵੀ ਲੱਗਦਾ ਤੁਸੀਂ ਵੀ ਇੱਥੇ ਰਹਿ ਰਹੇ ਹੋ, ਸੋ ਐਦਾਂ ਦੀ ਪ੍ਰੋਬਲਮਸ ਹੈਗੀਆਂ ਇੱਥੇ ਦੀਆਂ? ਹਾਂ, ਜਿਹੜੇ ਸੜਕਾਂ ਦੀ ਹੈਗੀ ਉਹ ਤਾਂ ਪ੍ਰੋਬਲਮ ਹੈ ਹੀ ਹੈ। ਅੱਛਾ। ਤੇ ਅਸੀਂ ਵੀ ਕਾਫੀ ਅਪਰੋਚ ਕਰਦੇ ਪਏ ਲੇਕਿਨ ਵਿਦਆਊਟ ਐਨੀ ਰਿਜ਼ਲਟ ਅੱਜ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ ਕਿਉਂਕਿ ਅਸੀਂ ਹੁਣ ਇੱਥੇ ਰਹਿਣਾ ਸ਼ੁਰੂ ਕਰਤਾ ਹੈ। ਕਿੰਨਾ ਕੁ ਅਸੀਂ ਕਹਿ ਸਕਦੇ ਆ ਕਿਉਂਕਿ ਅਸੀਂ ਤੇ ਇਮੇਜ ਕ੍ਰੀਏਟ ਕੀਤੀ ਹੈ ਵੀ ਅਸੀਂ ਵਧੀਆ ਕਲੋਨੀ 'ਚ ਰਹਿੰਦੇ ਆ, ਸਾਡੇ ਬਜ਼ੁਰਗ ਨਾਲ ਹੈਗੇ ਆ, ਅਸੀਂ ਉਹਨਾਂ ਨੂੰ ਇਸ ਤਰ੍ਹਾਂ ਨਾਲ ਲੈ ਕੇ ਆਏ ਸੀਗੇ ਵੀ ਤੁਸੀਂ ਅੱਛੇ ਐਟਮੋਸਫੇਅਰ 'ਚ ਰਹੋਗੇ। ਲੇਕਿਨ ਇੱਥੇ ਵਾਟਰ ਲੌਗਿੰਗ ਇੰਨੀ ਹੋ ਜਾਂਦੀ, ਚਿੱਕੜ ਇੰਨਾ ਹੋ ਜਾਂਦਾ, ਬੱਚੇ ਜਿਹੜੇ ਹੈਗੇ ਉਹ ਅਸੀਂ ਬਾਹਰ ਨਹੀਂ ਕੱਢ ਸਕਦੇ। ਅੱਛਾ, ਪ੍ਰੋਬਲਮ ਤਾਂ ਹੈ ਹੀ ਹੈ। ਪ੍ਰੋਬਲਮਸ ਹੈਗੀਆਂ। ਸੋ ਇਹ ਕਿਹੜੀ ਟਾਊਨਸ਼ਿਪ ਹੈ? ਕੈਨਾਲ ਵਿਊ ਐਨਕਲੇਵ ਕਿੱਥੇ ਹੈਗੀ? ਲੋਹਾਰਾ ਬ੍ਰਿਜ ਦੇ ਕੋਲ ਹੈ। ਅੱਛਾ ਜੀ। ਜਨਤਾ ਲੈਂਡ ਪ੍ਰਮੋਟਰ ਪ੍ਰਾਈਵੇਟ ਲਿਮਟਿਡ ਜਿਹੜੀ ਹੈ ਉਹਨਾਂ ਦੇ ਕੰਪਨੀ ਸੋ ਹੈਗੀ। ਤੁਸੀਂ ਵੀ ਉਹਨਾਂ ਦਾ ਨਾਮ ਸੁਣ ਕੇ ਰੈਪੂਟੇਸ਼ਨ ਸੁਣ ਕੇ ਹੀ ਲੈਣ ਆਏ ਸੀ? ਰੈਪੂਟੇਸ਼ਨ ਲਾ ਕੇ। ਓਕੇ। ਹਾਂਜੀ। ਪਰ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ? ਹੁਣ ਤੇ ਮਹਿਸੂਸ ਹੋ ਰਿਹਾ ਵੀ ਅਸੀਂ ਸ਼ਾਇਦ ਡਿਸੀਜਨ ਗਲਤ ਲੈ ਲਿਆ ਹੋਵੇ। ਅੱਛਾ ਜੀ। ਕਿਉਂਕਿ ਸਾਡੇ ਜਿਹੜੇ ਬਜ਼ੁਰਗ ਹੈਗੇ, ਸਾਡੇ ਜਿਹੜੇ ਜਿਹਨੂੰ ਅਸੀਂ ਇੱਥੇ ਲੈ ਕੇ ਆਏ ਆ, ਉਹ ਕਹਿੰਦੇ ਯਾਰ ਤੁਸੀਂ ਸਾਨੂੰ ਚੰਗੀ ਜਗ੍ਹਾ ਤੋਂ ਲੈ ਕੇ ਜੀ ਇਦਾਂ ਦੀ ਜਗ੍ਹਾ ਤੇ ਲਿਆਏ ਜਿੱਥੇ ਤੇ ਕਹਿੰਦੇ ਸਵੇਰੇ ਚਿੱਕੜ ਦਾ ਹੀ ਮੂੰਹ ਦੇਖਣਾ ਪੈਂਦਾ। ਮਤਲਬ ਠੀਕ ਹੈ ਜੀ। ਹਾਂਜੀ। ਸੋ ਇੱਥੇ ਪੁੱਛਣਾ ਚਾਹਾਂਗੇ, ਇੱਕ ਹੋਰ ਭਾਈ ਸਾਹਿਬ ਖੜੇ ਆ। ਸਰ ਮੁੱਛਰ ਵੀ ਇੱਥੇ ਬਿਮਾਰੀਆਂ ਡੇਂਗੂ ਦਾ ਉਹਦੇ ਕਰਕੇ ਹੈਗਾ? ਬਿਲਕੁਲ ਸਰ, ਪਾਣੀ ਇੰਨਾ ਖੜਦਾ ਤੇ ਘਾਹ ਤੁਹਾਡੇ ਸਾਹਮਣੇ ਹੀ ਹੈ ਸਾਈਡਾਂ ਤੇ, ਮੱਛਰ ਦਾ ਬੁਰਾ ਹਾਲ ਆ, ਪਾਣੀ ਦਾ ਬੁਰਾ ਹਾਲ ਆ, ਸਪੈਸ਼ਲੀ ਡੀ ਬਲੌਕ ਦੀਆਂ ਗਲੀਆਂ ਦੇ ਵਿੱਚ। ਜੀ ਜੀ। ਤੇ ਮੈਂ ਤਾਂ ਹਜੇ ਰੀਸੈਂਟਲੀ ਇੱਥੇ ਸ਼ਿਫਟ ਕੀਤਾ ਬਟ ਜੋ ਸੜਕਾਂ ਦਾ ਹਾਲ ਆ ਜੀ ਬੁਰਾ ਹਾਲ ਆ। ਓਕੇ। ਹਾਂਜੀ, ਮਤਲਬ ਸੁਣਵਾਈ ਕੋਈ ਨਹੀਂ ਹੈਗੀ? ਸੁਣਵਾਈ ਕੋਈ ਨਹੀਂ ਸਰ। ਠੀਕ ਹੈ ਜੀ। ਸੋ ਇੱਕ ਵਾਰੀ ਫਿਰ ਗੱਲਬਾਤ ਕਰਾਂਗੇ। ਸਰ ਜਿਵੇਂ ਤੁਸੀਂ ਕਹਿ ਰਹੇ ਸੀਗੇ ਤੁਹਾਡੇ ਤੋਂ ਕੈਸ਼ ਪੈਸੇ ਲਿੱਤੇ ਗਏ ਹੈਗੇ ਆ ਤੇ ਰਸੀਦਾਂ ਦਿੱਤੀਆਂ ਗਈਆਂ ਹੈਗੀਆਂ, ਸੋ ਜਿਹੜੀ ਰਸੀਦਾਂ ਦਿੱਤੀਆਂ ਗਈਆਂ ਉਹ ਇੱਕ ਨਾਰਮਲ ਰਸੀਦ ਹੈ ਜਾਂ ਜਨਤਾ ਲੈਂਡ ਐਂਡ ਪ੍ਰਮੋਟਰ ਦੀ ਪ੍ਰਿੰਟਡ? ਜਨਤਾ ਲੈਂਡ ਪ੍ਰਮੋਟਰ ਦੀ ਆ, ਉਹ 1 ਤੇ 2 ਨੰਬਰ ਮੇਰੇ ਕੋਲ ਹੀ ਹੈ ਗੱਲੀਆਂ ਸੀ, ਤਾਂ ਉਸ ਤੋਂ ਬਾਅਦ ਰਸੀਦਾਂ ਨਹੀਂ ਕੱਟੀਆਂ ਇਹਨਾਂ ਨੇ। ਅੱਛਾ ਜੀ। ਉਹ ਗਲਤੀ ਨਾਲ ਕੱਟ ਗਏ ਪਹਿਲਾਂ। ਇਹ ਕਦੋਂ ਦੀ ਰਸੀਦਾਂ ਤੁਹਾਡੇ ਕੋਲ? 2015 ਦੀਆਂ। ਸੋ 2015 ਚ ਤੁਹਾਡੇ ਤੋਂ ਜਿਹੜੇ ਪੈਸੇ ਲਿੱਤੇ ਸੀ ਕਿਸ ਚੀਜ਼ ਦੇ ਲਿੱਤੇ ਸੀਗੇ? ਨਾਨ ਕੰਸਟਰਕਸ਼ਨ ਚਾਰਜ ਲਿਖਿਆ। ਮਤਲਬ 2015 ਚ ਤੁਹਾਡੇ ਤੋਂ ਪੈਸੇ ਲੈ ਲਏ, ਉਸ ਤੋਂ ਬਾਅਦ ਵੀ ਤੁਹਾਨੂੰ ਕੰਸਟਰਕਸ਼ਨ ਕਰਨ ਪਾਣੀ ਦਾ ਕਨੈਕਸ਼ਨ ਦਿੱਤਾ ਨਹੀਂ ਮੈਨੂੰ ਇਹਨਾਂ ਨੇ। ਅੱਛਾ। ਮੈਂ 4 ਵਾਰੀ ਕਿੱਦਾਂ ਕਰਾਂ? ਬਿਲਕੁਲ ਠੀਕ ਹੈ ਜੀ। ਜਦੋਂ ਤਾਂ ਮੇਰੇ ਤੋਂ 3 ਲੱਖ ਰੁਪਏ ਲੈ ਲਿਆ, 2 ਪਲਾਟਾਂ ਦਾ ਲੈ ਲਿਆ ਇਹਨਾਂ ਨੇ, ਤੇ 46,000 ਰੁਪਏ ਇਹਨਾਂ ਨੇ ਮੇਰੇ ਤੋਂ 3 ਪਲਾਟਾਂ ਦਾ ਪਾਣੀ ਦਾ ਸੀਵਰੇਜ ਦਾ ਲੈ ਲਿਆ। ਅੱਛਾ, 2015 ਚ? 15 ਚ। ਪਰ ਅੱਜ ਤੱਕ ਤੁਸੀਂ ਫਿਰ ਨਕਸ਼ਾ ਕਦੋਂ ਪਾਸ ਕਰਾਇਆ? 15 ਚ ਜਦੇ ਪਾਸ ਕਰਾ ਲਿਆ ਸੀ। ਤੇ ਪਰ ਫਿਰ ਵੀ ਤੁਹਾਨੂੰ ਕੰਸਟਰਕਸ਼ਨ ਨਹੀਂ ਕਰਨ ਦਿੱਤੀ? ਨਕਸ਼ੇ ਅੰਦਰ ਨਾਲ ਲਾਏ ਹੋਏ ਫਾਈਲਾਂ 'ਚ ਲੱਗੇ ਮੇਰੇ ਸਾਰੇ। ਫਿਰ ਕੰਸਟਰਕਸ਼ਨ ਕਿਉਂ ਨਹੀਂ ਕਰਨ ਦਿੰਦੇ? ਕਿਉਂ ਨਹੀਂ? ਉਹ ਕਹਿੰਦੇ ਤੂੰ ਲੇਟ ਹੋ ਗਿਆ, ਹੁਣ ਪਹਿਲਾਂ ਕਹਿੰਦੇ ਤੈਨੂੰ ਲੋੜ ਨਹੀਂ ਕੰਸਟਰਕਸ਼ਨ ਕਰਨ ਦੀ, ਹੁਣ ਤੇਰੇ ਪੈਸੇ ਆ ਗਏ ਆ, ਕੋਈ ਗੱਲ ਨਹੀਂ, ਤੂੰ ਜਦੋਂ ਮਰਜ਼ੀ ਕਰ ਲਈ। ਫਿਰ ਤੁਸੀਂ ਕੰਸਟਰਕਸ਼ਨ ਕਦੋਂ ਕਰਨ ਦੀ ਕੋਸ਼ਿਸ਼ ਕੀਤੀ? ਹੁਣ ਮੈਂ ਗਿਆ ਸੀ। ਅੱਛਾ ਜੀ। ਕਈ ਮਹੀਨੇ ਪਹਿਲਾਂ ਮੈਂ ਗਿਆ ਸੀ ਇਹਨਾਂ ਕੋਲੇ, ਉਹ ਗੱਲ ਨਹੀਂ ਕਰ ਰਹੇ ਸਹੀ ਢੰਗ ਨਾਲ। ਅੱਛਾ ਜੀ। ਫਿਰ ਹੁਣ ਉਹ ਕਹਿੰਦੇ 6 ਲੱਖ ਰੁਪਏ ਹੋਰ ਜਮ੍ਹਾਂ ਕਰਾਓ। ਤੁਸੀਂ ਕਦੋਂ ਕੰਸਟਰਕਸ਼ਨ ਕਰਨ ਦੀ ਕੋਸ਼ਿਸ਼ ਕਦੋਂ ਕੀਤੀ ਸੀ ਤੁਸੀਂ? 2015 ਚ ਜਾਂ ਹੁਣ? ਨਾ ਹੁਣ ਕੀਤੀ ਸੀ। ਅੱਛਾ।
ਤੇ ਉਦੋਂ ਤੁਹਾਨੂੰ ਪੈਸੇ ਲੈ ਕੇ ਤੁਹਾਨੂੰ ਕਹਿਤਾ ਕਿ ਭਾਈ ਕੋਈ ਲੋੜ ਨਹੀਂ ਹੈਗੀ ਕੰਸਟਰਕਸ਼ਨ ਕਰਨ ਦੀ। ਹੁਣ ਜਦੋਂ ਤੁਸੀਂ ਕੰਸਟਰਕਸ਼ਨ ਕਰਨ ਲੱਗੇ ਫਿਰ ਤੁਹਾਨੂੰ ਕਹਿ ਦਿੱਤਾ ਕਿ 6 ਲੱਖ ਰੁਪਏ ਉਹਨਾਂ ਨੇ ਗੁੰਡੇ ਰੱਖੇ ਬੰਦੇ ਆਪਦੇ ਉਹਨਾਂ ਨੇ, ਅੱਛਾ, ਉਹ ਭੇਜਦੇ ਚ ਜਾਓ ਭੱਜੋ ਉੱਥੇ ਨਹੀਂ ਤੇ ਕਰਨਾ। ਹੁਣ ਤੁਸੀਂ ਕੋਈ ਕੰਸਟਰਕਸ਼ਨ ਕਰਨੀ ਸ਼ੁਰੂ ਵੀ ਕੀਤੀ ਸੀ? ਨਹੀਂ ਕਰਨੀ ਸ਼ੁਰੂ ਕੀਤੀ ਸੀ, ਬੰਦੇ ਲਾਏ ਸੀ ਉੱਥੇ ਭਜਾਣ ਦੇ ਵਰਗੇ ਬੰਦੇ। ਅੱਛਾ, ਓਕੇ। ਸੋ ਮਤਲਬ ਇਹ ਬੇਸਿਕਲੀ ਤੁਸੀਂ ਕਹਿ ਰਹੇ ਹੋ ਕਿ ਕਲੋਨਾਈਜ਼ਰ ਖੁਦ ਹੀ ਬੰਦੇ ਭਜਾ ਦਿੰਦਾ ਹੈ ਕੰਸਟਰਕਸ਼ਨ ਜਿਹੜੇ ਨੇਜਰ ਰੱਖਿਆ ਉਹਨੇ ਬੰਦੇ ਰੱਖੇ ਉਹਨਾਂ ਨੇ ਆਪਦੇ ਅੱਛਾ। ਕਲੋਨੀ ਗੇੜਾ ਮਾਰਦੇ ਰਹਿੰਦੇ ਉਹ। ਅੱਛਾ ਜੀ, ਕਲੋਨੀ ਗੇੜਾ ਮਾਰ ਕੇ ਆ ਕੇ ਦੇਖਦੇ ਆ ਕਿਹੜਾ ਬੰਦਾ ਕੰਸਟਰਕਸ਼ਨ ਕਰਨ ਲੱਗਿਆ ਹੈਗਾ, ਅੱਛਾ ਜੀ, ਉਹਨੂੰ ਫੜ ਲੈਂਦੇ ਪੁੱਛ ਲੈਂਦੇ ਆ, ਅੱਛਾ ਜੀ, ਦਿਖਾਓ ਕੀ ਹੈ ਤੁਹਾਡੇ ਕੋਲੇ, ਓਕੇ। ਇਦਾਂ ਕਰਕੇ ਸਿਰ ਤੁਸੀਂ ਰਸੀਦਾਂ ਦਿਖਾਈਆਂ ਨਹੀਂ? ਦਿਖਾਈਆਂ ਸੀਗੀਆਂ, ਉਹ ਕਹਿੰਦੇ ਤੇ 15 ਦੀਆਂ ਜੀ, ਅੱਛਾ, ਹੁਣ ਦੀਆਂ ਨਵੀਆਂ ਲੈ ਕੇ ਆਓ। ਓਕੇ, ਠੀਕ ਹੈ। ਹੁਣ ਵਾਲੇ ਪੈਸੇ ਰਸੀਦ ਨਹੀਂ ਦੇਣੀ ਅਸੀਂ ਕੋਈ ਵੀ ਤੁਹਾਨੂੰ, ਅਸੀਂ ਅੱਛਾ, ਉਹ ਤਾਂ ਉਦਾਂ ਹੀ ਪੈਸੇ ਦਿਓ, 6 ਲੱਖ 7 ਲੱਖ ਦੇ ਦਿਓ ਅੱਛਾ, ਤੇ ਜਾਓ ਕਰ ਲਓ ਬਸ। ਅੱਛਾ, ਪਾਣੀ ਦੇ ਠੀਕ ਹੈ। ਕਨੈਕਸ਼ਨ ਦਾ ਵੀ ਦੱਸੋ। ਪਾਣੀ ਦਾ ਕਨੈਕਸ਼ਨ ਬਿਲਕੁਲ ਨਹੀਂ ਦੇ ਰਹੇ। ਅੱਛਾ, 46000 ਰੁਪਏ ਲਿਆ ਬੰਦੇ ਨੇ, ਉਹ ਕਹਿੰਦੇ ਬੰਦਾ ਭੱਜ ਗਿਆ ਜੀ। ਬੰਦਾ ਤਾਂ ਤੁਹਾਡਾ ਭੱਜਿਆ ਨਾ, ਸਾਡਾ ਥੋੜਾ ਉਹਦੀ ਵਰਕਰ। ਰਸੀਦ ਨਹੀਂ ਦਿੱਤੀ ਸੀ? ਪਾਣੀ 46,000 ਨਹੀਂ ਰਸੀਦ ਨਹੀਂ ਦਿੱਤੀ ਹੋਈ ਕੋਈ। ਤੇ ਫਿਰ ਕੱਲ ਨੂੰ ਜੇ ਤੁਸੀਂ ਹੁਣ ਕੰਸਟਰਕਸ਼ਨ ਦੇ ਕੈਸ਼ ਚਾਰजेस ਦੇਤੇ, ਫਿਰ ਉਹ ਬੰਦਾ ਭੱਜ ਗਿਆ, ਫਿਰ ਉਹਦੇ ਕਿੱਦਾਂ ਪ੍ਰੂਵ ਕਰੋਗੇ? ਫਿਰ ਤਾਂ ਉਹ ਕੰਪਨੀ ਨੂੰ ਪਤਾ ਨਾ ਕੀ ਕਰਨਾ ਹੈਗਾ, ਰਸੀਦ ਤਾਂ ਦਿੰਦੇ ਨਹੀਂ ਉਹਦੀ ਕੋਈ। ਅੱਛਾ ਜੀ, ਜੇ ਹੁਣ 6 ਲੱਖ ਰੁਪਏ ਇੱਕ ਪਲਾਟ ਦਾ ਹੋਰ ਦੇ ਦਿੰਦੇ ਆਪਾਂ ਇਹਨਾਂ ਨੂੰ, ਤੇ ਉਹ ਬੰਦਾ ਭੱਜ ਗਿਆ ਅੱਗੇ ਲੈ ਕੇ, ਰਸੀਦ ਤਾਂ ਸਾਨੂੰ ਦੇਣੀ ਨਹੀਂ ਇਹਨਾਂ ਕੋਈ। ਬਿਲਕੁਲ ਠੀਕ ਹੈ ਜੀ, ਫਿਰ ਦੁਬਾਰਾ ਫਿਰ 6 ਲੱਖ ਦਿਓ ਇਹਨਾਂ ਨੂੰ। ਮੈਂ ਸਮਝ ਗਿਆ। ਸੋ ਇੱਥੇ ਗੱਲਬਾਤ ਕਰਦੇ ਆ, ਸਾਨੂੰ ਦੇਖ ਕੇ ਇੱਕ ਅੰਕਲ ਜੀ ਵੀ ਆਏ ਆ, ਇੱਥੇ ਸੈਰ ਕਰ ਰਹੇ ਸੀਗੇ, ਕਲੋਨੀ 'ਚ ਰਹਿੰਦੇ ਆ। ਸਰ ਤੁਹਾਡਾ ਨਾਮ? ਮੇਰਾ ਨਾਮ ਪ੍ਰੇਮ ਕੁਮਾਰ ਹੈ ਜੀ। ਪ੍ਰੇਮ ਕੁਮਾਰ ਜੀ, ਤੁਸੀਂ ਕਦੋਂ ਤੋਂ ਰਹਿ ਰਹੇ ਕਲੋਨੀ 'ਚ? ਅਸੀਂ ਮੇਰੇ ਖਿਆਲ 7-8 ਮਹੀਨੇ ਇੱਥੇ ਸ਼ਿਫਟ ਹੋ ਗਏ। ਸੋ ਮਤਲਬ ਇੱਥੇ ਦੇ ਹਾਲਾਤ ਕਿੱਦਾਂ ਦੇ ਹੈ? ਹਾਲਾਤ ਜੀ ਅਸੀਂ ਵਧੀਆ ਸੁਣੀ ਦੇਖੀ ਵਧੀਆ, ਪਰ ਅੱਜ ਜਾ ਕੇ ਵਿੱਚ ਰਹਿਣ ਲੱਗੇ ਫਿਰ ਪਤਾ ਲੱਗਦਾ ਵੀ ਵਿੱਚ ਕੀ ਚੀਜ਼ ਹੈ। ਸੋ ਕੀ ਚੀਜ਼ ਹੈ, ਕੀ ਐਕਸਪੀਰੀਅੰਸ ਹੈ? ਐਕਸਪੀਰੀਅੰਸ ਹੈ ਜੀ, ਮੀਂਹ ਵਗੈਰਾ ਜਦ ਪੈਂਦਾ ਨਾ ਤਾਂ ਸਾਨੂੰ ਬੜੇ ਔਖੇ ਹੋ ਜਾਂਦੇ, ਅਸੀਂ ਅੰਦਰੇ ਬੈਠੇ ਰਹਿੰਦੇ ਆ। ਅੱਛਾ, ਤੇ ਹੁਣ ਆਲੇ ਦੁਆਲੇ ਤੁਸੀਂ ਆ ਦਿਖਾ ਲਓ, ਠੀਕ ਹੈ ਜੀ, ਦਿਖਾ ਲਓ ਸਰੋਤਿਆਂ ਨੂੰ। ਅੱਛਾ, ਇਹ ਕਲੋਨੀ ਦਾ ਪਾਰਟ ਹੈ? ਯੈਸ, ਇਟ ਇਜ਼ ਪਾਰਟ ਆਫ ਕਲੋਨੀ। ਅੱਛਾ ਜੀ, ਤੇ ਇਹੋ ਜਿਹੇ ਇੱਥੇ ਟੋਏ ਟਿੱਬੇ ਨੇ, ਅੱਛਾ ਜੀ, ਚੋਰ ਆਲੇ ਦੁਆਲੇ ਆਉਂਦੇ ਰਹਿੰਦੇ ਨੇ। ਅੱਛਾ ਜੀ, ਤੇ ਸਾਨੂੰ ਇਸ ਸਿਕਿਉਰਿਟੀ ਤਰ੍ਹਾਂ ਨਹੀਂ ਹੈ? ਇਹ ਤਾਂ ਗਲਾਡਾ ਅਪਰੂਵਡ ਹੈ ਕਲੋਨੀ? ਹਾਈ ਗਲਾਡਾ ਅਪਰੂਵਡ, ਸਿਕਿਉਰਿਟੀ ਕੋਈ ਕਿਸੇ ਦੀ ਕੋਈ ਸਿਕਿਉਰਿਟੀ ਨਹੀਂ। ਟਾਈਮ ਤੇ ਵੀ ਹਾਂਜੀ। ਐਸਐਸਸੀ ਦੇ ਪੈਸਾ ਚੋਰੀ ਹੋ ਜਾਂਦੀਆਂ ਨੇ ਜੀ। ਅੱਛਾ ਜੀ, ਹਾਂਜੀ। ਕੀ ਕਹਿ ਰਹੇ ਸੀ ਤੁਸੀਂ? ਤੇ ਜਿਹੜੇ ਇੱਥੇ ਦੇ ਮਾਲਕ ਹੈ, ਕੀ ਉਹਨਾਂ ਨੂੰ ਤੁਸੀਂ ਕਦੀ ਮਿਲਣ ਦੀ ਕੋਸ਼ਿਸ਼ ਕੀਤੀ? ਹਾਂ, ਅਸੀਂ ਰਿਕੁਐਸਟ ਕਰਦੇ ਰਹਿੰਦੇ ਆ। ਤੇ ਉਹ ਮਿਲਦੇ ਕਿ ਨਹੀਂ? ਮਿਲ ਵੀ ਪੈਂਦੇ ਨੇ ਜੀ ਕਦੇ ਅੱਛਾ। ਕਦੇ। ਹਾਂਜੀ। ਤੇ ਫਿਰ ਕੁਝ ਹੱਲ ਨਹੀਂ ਕੱਢਦੇ ਪ੍ਰੋਬਲਮ? ਦੇਖੋ ਜੀ, ਆਪਾਂ ਕਿਤੇ ਵੀ ਜਾਈਏ ਕਿਸੇ ਕੋਲ ਵੀ ਤਾਂ ਐਸ਼ੋਰੈਂਸ ਜ਼ਰੂਰ ਦਿੰਦੇ ਨੇ, ਜਿਹੜੇ ਅਸੀਂ ਲੈ ਕੇ ਆਪਣੀ ਜੇਬ 'ਚ ਪਾ ਕੇ ਆ ਜਾਂਦੇ ਆ। ਓਕੇ, ਹਾਂਜੀ। ਮਤਲਬ ਪ੍ਰੈਕਟੀਕਲ ਜ਼ਮੀਨੀ ਹਕੀਕਤ ਕੁਝ ਨਹੀਂ, ਬਸ ਹਵਾ ਹਵਾਈ ਹੈ। ਐਸ਼ੋਰੈਂਸਸ। ਓਕੇ, ਹਾਂ, ਵੀ ਰਿਸੀਵਡ ਮੈਨੀ ਐਸ਼ੋਰੈਂਸਸ। ਓਕੇ, ਹਾਂ, ਪਰ ਜ਼ਮੀਨੀ ਹਕੀਕਤ ਕੁਝ ਨਹੀਂ, ਵਿਦਆਊਟ ਐਨੀ ਫਰੂਟ। ਓਕੇ। ਹਾਂਜੀ। ਤੇ ਕੁਝ ਕਹਿਣਾ ਚਾਹੋਗੇ ਤੁਸੀਂ? ਉਸ ਤੇ ਕਹਿਣਾ ਚਾਹੁੰਦੇ ਆ ਵੀ ਮੈਂ ਇੱਥੇ ਜਿਹੜੀ ਕੋਈ ਆਈ ਐਮ ਅਬਾਊਟ 79 ਪਲੱਸ। ਅੱਛਾ ਜੀ। ਤੇ ਕੁਝ ਜਿਹੜਾ 6 ਮਹੀਨੇ ਸਾਲ ਦੀ ਹੈਗੀ, ਉਹ ਲਾਈਫ ਚੰਗੀ ਨਿਕਲ ਜਵੇ, ਬੱਚਾ ਮੇਰਾ ਇੱਥੇ ਲੈ ਕੇ ਆਇਆ, ਅੱਛਾ ਜੀ, ਵੀ ਸਾਡੀ ਕਲੋਨੀ ਦਾ ਸੁਧਾਰ ਹੋ ਜਵੇ ਜੀ, ਤਾਂ ਚੰਗਾ ਜੀ। ਓਕੇ ਬਸ। ਜੀ, ਹਾਂਜੀ, ਠੀਕ ਹੈ। ਦਿਸ ਇਜ਼ ਮਾਈ ਰਿਕੁਐਸਟ ਟੂ ਅਥਾਰਟੀਜ਼, ਠੀਕ ਹੈ, ਜਿਹੜੀ ਕੰਸਰਨਡ ਅਥਾਰਟੀਜ਼ ਨੇ ਨਾ, ਠੀਕ ਹੈ ਜੀ, ਤੇ ਉਹ ਹੈਗਾ ਵੀ ਉਹਨਾਂ ਨੂੰ ਪ੍ਰਤੀ ਸਾਡੀ ਇਹ ਬੇਨਤੀ ਹੈ। ਠੀਕ ਹੈ ਜੀ, ਧੰਨਵਾਦ ਜੀ। ਸੋ ਦੋਸਤੋ, ਇਹ ਇੱਕ ਵਾਰੀ ਫੇਰ ਦਿਖਾ ਰਹੇ ਹਾਂ ਤੁਹਾਨੂੰ ਕਿ ਅੱਗੇ ਜਿੱਥੇ ਕਿ ਕੰਸਟਰਕਸ਼ਨ ਹਜੇ, ਜਿੱਦਾਂ ਕਿ ਇਹਨਾਂ ਨੇ ਦੱਸਿਆ ਇੱਥੇ ਦੇ ਰਹਿਣ ਵਾਲਿਆਂ ਨੇ, ਕਿ ਅੱਗੇ ਜੰਗਲ ਹੈ, ਇੱਥੇ ਸੱਪ ਬਿੱਛੂ ਇੱਦਾਂ ਦੀਆਂ ਚੀਜ਼ਾਂ ਦੇਖਦੇ ਹਾਂ, ਤੇ ਅੱਗੇ ਅਸੀਂ ਦੇਖ ਰਹੇ ਹਾਂ ਕਿ ਕੰਸਟਰਕਸ਼ਨ ਇੱਕ ਪਲਾਟ ਤੇ ਹੋਣ ਜਾ ਰਹੀ ਹੈ, ਪਰ ਉਹ ਵਾਕਈ ਐਂ ਲੱਗ ਰਿਹਾ ਕਿ ਜੰਗਲ ਦੇ ਵਿੱਚ ਹੀ ਹੈ ਉਹ ਪਲਾਟ, ਕੱਲਾ 'ਚ ਕਟਿਆ ਫਟਿਆ ਹੈਗਾ, ਆਸੇ-ਪਾਸੇ ਝਾੜ ਹੈ। ਸੋ ਲੋਕਾਂ ਦਾ ਕਹਿਣਾ ਇੱਥੇ ਇਹੀ ਹੈ ਕਿ ਇੱਥੇ ਇਹ ਗਲਾਡਾ ਅਪਰੂਵਡ ਲੁਧਿਆਣੇ ਸ਼ਹਿਰ ਦੀ ਕਨਾਲ ਵਿਊ, ਜੀ ਹਾਂ, ਕਨਾਲ ਵਿਊ ਟਾਊਨਸ਼ਿਪ ਲੁਧਿਆਣੇ ਸ਼ਹਿਰ ਦੀ, ਜਿਹੜੇ ਕਿ ਜਨਤਾ ਲੈਂਡ ਐਂਡ ਪ੍ਰਮੋਟਰ ਦੇ ਨਾਮ ਤੋਂ ਉਹਨਾਂ ਦੇ ਪ੍ਰਮੋਟਰਸ ਵੱਲੋਂ ਵਸਾਈ ਗਈ ਹੈ। ਕੁਲਵੰਤ ਸਿੰਘ ਜੀ ਇੱਥੇ ਦੇ ਜਿਹੜੇ ਮਾਲਕ ਹੈ, ਡਿਵੈਲਪਰ ਹੈਗੇ ਹੈ, ਔਰ ਉਹ ਜਿੱਥੇ ਕਿ ਉਹਨਾਂ 'ਤੇ ਧੱਕੇਸ਼ਾਹੀ ਦੇ ਆਰੋਪ ਲੱਗ ਰਹੇ ਹੈ। ਇਹ ਕਿਹਾ ਜਾ ਰਿਹਾ ਕਿ ਨਾਨ ਕੰਸਟਰਕਸ਼ਨ ਚਾਰजेस ਲੈਣ ਤੋਂ ਬਾਅਦ ਵੀ ਉਹਨਾਂ ਦੇ ਪਾਲੇ ਹੋਏ ਗੁੰਡੇ, ਜੀ ਹਾਂ, ਇਹ ਅਸੀਂ ਨਹੀਂ ਕਹਿ ਰਹੇ, ਇਹ ਜਿਹੜੇ ਇੱਥੇ ਦੇ ਪਲਾਟ ਹੋਲਡਰ ਹੈ ਉਹ ਆਰੋਪ ਲਗਾ ਰਹੇ ਕਿ ਉਹਨਾਂ ਦੇ ਪਾਲੇ ਹੋਏ ਗੁੰਡੇ ਨਾਨ ਕੰਸਟਰਕਸ਼ਨ ਚਾਰजेस ਲੈਣ ਤੋਂ ਬਾਅਦ ਵੀ ਜਿੱਥੇ ਪਲਾਟ ਤੇ ਕੰਸਟਰਕਸ਼ਨ ਨਹੀਂ ਕਰਨ ਦੇ ਰਹੇ, ਪਾਣੀ ਦੇ ਕਨੈਕਸ਼ਨ ਦੇ ਪੈਸੇ ਲਿੱਤੇ ਜਾਂਦੇ ਆ ਪਰ ਪਾਣੀ ਦੇ ਕਨੈਕਸ਼ਨ ਨਹੀਂ ਮਿਲਦੇ ਆ। ਸੜਕਾਂ ਦਾ ਹਾਲ ਦਿਖਾ ਰਹੇ ਕਿ 10-10 ਸਾਲਾਂ ਤੋਂ
ਕਲੋਨੀ ਗਲਾਡਾ ਅਪਰੂਵਡ ਹੈ ਪਰ ਸੜਕਾਂ ਬਣੀਆਂ ਨਹੀਂ ਹੈ ਔਰ ਆਸੇ-ਪਾਸੇ ਝਾੜ ਦੇਖ ਕੇ ਕਿਹਾ ਜਾ ਸਕਦਾ ਕਿ ਵਾਕਈ ਡਿਵੈਲਪਮੈਂਟ ਨਹੀਂ ਹੈਗੀ ਹੈ ਇੱਥੇ। ਹਾਲਾਤ ਤੁਸੀਂ ਦੇਖ ਰਹੇ ਹੋ ਕਿ ਇੱਥੇ ਲੋਕ ਜਿਹੜੇ ਹੈਗੇ ਆ ਉਹ ਲੱਕੜੀਆਂ ਕੱਟਣ ਜਾਂ ਕੱਟ ਕੇ ਆਪਣਾ ਗੁਜ਼ਾਰਾ ਕਰ ਰਹੇ ਹੈਗੇ ਆ। ਉਹ ਵਾਕਈ ਵੱਡਾ ਜੰਗਲ ਹੈ ਜਿੱਥੋਂ ਲੋਕ ਲੱਕੜੀਆਂ ਕੱਟ ਕੇ ਜਿਹੜੇ ਦਿਹਾੜੀਦਾਰ ਹੈ ਉਹ ਆਪਣੇ ਲਈ ਜਿਹੜਾ ਲੱਕੜੀਆਂ ਦਾ ਕੰਮ ਕਰ ਲੈਂਦੇ ਆ ਜਾਂ ਆਪਣੇ ਹੋਰ ਕਿਸੇ ਕੰਮ ਲਈ ਇਸਤੇਮਾਲ ਕੀਤੀਆਂ ਜਾਂਦੀਆਂ। ਸੋ ਹਾਲਾਤ ਤੁਹਾਨੂੰ ਦਿਖਾ ਰਹੇ ਲੁਧਿਆਣਾ ਸ਼ਹਿਰ ਦੇ ਗਲਾਡਾ ਅਪਰੂਵਡ ਕਲੋਨੀਆਂ ਦੇ। ਔਰ ਜਿੱਦਾਂ ਕਿ ਇਹਨਾਂ ਨੇ ਪਲਾਟ ਹੋਲਡਰਾਂ ਨੇ ਆਰੋਪ ਲਗਾਇਆ ਕਿ ਜਿਹੜਾ ਗਲਾਡਾ ਦੇ ਵਿੱਚ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ। ਉੱਥੇ ਦੇ ਸੀਏ ਮਿਸਟਰ ਗਿੱਲ ਕੋਲ ਵੀ ਇਹ ਗਏ, ਹਾਲਾਂਕਿ ਅਸੀਂ ਵੀ ਉੱਥੇ ਜਾਵਾਂਗੇ, ਇੱਕ ਵਾਰੀ ਕੋਸ਼ਿਸ਼ ਜ਼ਰੂਰ ਕਰਾਂਗੇ, ਪਰ ਇਹਨਾਂ ਦੀ ਸੁਣਵਾਈ ਨਹੀਂ ਹੈ। ਗਲਾਡਾ ਆਪਣਾ ਪੱਲੜਾ ਝਾੜ ਰਿਹਾ ਹੈ, ਡਿਵੈਲਪਰ ਆਪਣਾ ਪੱਲੜਾ ਝਾੜ ਰਿਹਾ। ਉਹ ਸਾਰਿਆਂ ਦੇ ਵਿੱਚ ਜਿਹੜਾ ਕੰਜ਼ਿਊਮਰ ਹੈ, ਜਿਹੜਾ ਪਲਾਟ ਹੋਲਡਰ ਹੈ, ਇੱਕ ਜਨਤਾ ਹੈ, ਉਹ ਪਰੇਸ਼ਾਨ ਹੋ ਰਹੀ ਹੈ। ਜਨਤਾ ਦੀ, ਹਾਲਾਂਕਿ ਨਾਮ ਇਹਨਾਂ ਦਾ ਵੀ ਜਨਤਾ ਲੈਂਡ ਐਂਡ ਡਿਵੈਲਪਰ ਹੈਗਾ, ਪਰ ਜਨਤਾ ਦੀ ਸੁਣਵਾਈ ਨਹੀਂ ਹੈਗੀ। ਸੋ ਇਹ ਸੀ ਫਿਲਹਾਲ ਸਾਡੀ ਰਿਪੋਰਟ। ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਰੂਬਰੂ ਜ਼ਰੂਰ ਹੋਵਾਂਗੇ ਅਤੇ ਉਮੀਦ ਕਰਾਂਗੇ ਪ੍ਰਸ਼ਾਸਨ ਇਹੋ ਜਿਹੇ ਲੋਕਾਂ 'ਤੇ ਜ਼ਰੂਰ ਬਣਦੀ ਕਾਰਵਾਈ ਕਰੇਗਾ ਜਿਹੜਾ ਕਿ ਆਪਣੇ ਪਲਾਟ ਹੋਲਡਰਾਂ 'ਤੇ ਮਤਲਬ ਧੱਕਾਸ਼ਾਹੀ ਕੀਤੀ ਜਾ ਰਹੀ ਹੈ, ਜਿੱਦਾਂ ਕਿ ਆਰੋਪ ਲੱਗ ਰਿਹਾ। ਹਾਲਾਂਕਿ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਡਿਵੈਲਪਰ ਦਾ ਵੀ ਪੱਖ ਜਾਣਨ ਦੀ, ਪਰ ਜਿੱਦਾਂ ਕਿ ਇਹ ਕਹਿੰਦੇ ਕਿ ਡਿਵੈਲਪਰ ਨਾਲ ਸੰਪਰਕ ਹੋ ਪਾਉਂਦਾ ਜਾਂ ਨਹੀਂ ਹੋ ਪਾਉਂਦਾ, ਔਰ ਜਿੱਦਾਂ ਦੀ ਆਰੋਪ ਲੱਗਦੇ ਆ ਰਹੇ ਉਸ ਹਿਸਾਬ ਨਾਲ ਹੋ ਸਕਦਾ ਉਹ ਸਾਡੇ ਨਾਲ ਸੰਪਰਕ ਨਾ ਵੀ ਕਰਨ, ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਰਹਾਂਗੇ ਔਰ ਜਨਤਾ ਦੇ ਹੱਕ ਲਈ ਆਵਾਜ਼ ਜ਼ਰੂਰ ਚੱਕਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ जनहितैषी। धन्यवाद। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।